नमस्कार, आदाब, सत श्री अकाल। हमदर्द टीवी देखने वाले सारे दर्शकों का स्वागत है प्रोग्राम इमीग्रेशन मैटर्स विच। मैं हाँ तरनजीत कर घुम्मन हासिलां च लैके कैनेडियन इमीग्रेशन ते हुण तक जो ताज़ा अपडेशन आई आ वो सारा कुछ तुहाडे नाल डिस्कस करांगे। ਤੁਹਾਡਾ ਕੋਈ ਸਵਾਲ ਆ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਅੱਜ ਹੈ ਜੀ ਬੁੱਧਵਾਰ ਤੇ ਸਾਡੇ ਨਾਲ ਜੁੜ ਚੁੱਕੇ ਨੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤਾਜ਼ਾ ਜਾਣਕਾਰੀ ਦੇਣ ਲਈ ਜੋ ਨਵੀਂ ਅਪਡੇਸ਼ਨਸ ਆਈਆਂ ਨੇ ਤੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਆਈਸੀਸੀ ਇਮੀਗ੍ਰੇਸ਼ਨ ਤੋਂ ਮਿਸਟਰ ਮਨੂ ਦੱਤਾ ਬਹੁਤ ਬਹੁਤ ਸਵਾਗਤ ਹੈ ਸਰ। ਥੈਂਕ ਯੂ ਵੈਰੀ ਮਚ ਤਰਨ ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ ਐਮਡੀ ਤੇ ਆਰਡੀ ਵੱਲੋਂ ਪਿਆਰ ਭਰੀ ਅਤੇ ਨਿੱਘੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ। ਕੀ ਹਾਲ ਚਾਲ ਨੇ ਸਰ? ਆਲ ਗੁੱਡ ਤਰਨ, ਥੈਂਕ ਯੂ ਸੋ ਮਚ। ਸਰ ਇਸ ਵਕਤ ਅਸੀਂ ਦੇਖ ਰਹੇ ਹਾਂ ਕਿ ਪੈਂਡੈਮਿਕ ਦੇ ਚੱਲਦਿਆਂ ਹਰ ਰੋਜ਼ ਚੇਂਜਸ ਆ ਰਹੇ ਨੇ ਤੇ ਕੰਮ ਵੀ ਲਗਾਤਾਰ ਜਾਰੀ ਹੈ। ਹਰ ਕੈਟਾਗਰੀ ਦੀਆਂ ਫਾਈਲਸ ਵੀ ਸਰਕਾਰ ਪਿਕ ਕਰ ਰਹੀ ਹੈ ਤੇ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜਾ ਬੈਕਲੌਗ ਪੈਂਡੈਮਿਕ ਦੇ ਦੌਰਾਨ ਵਿੱਚ ਦੀ ਆ ਗਿਆ ਸੀ ਉਹਨੂੰ ਕੰਪਲੀਟ ਕੀਤਾ ਜਾਵੇ। ਅਜਿਹੇ ਵਿੱਚ ਅੱਜ ਵੀ ਇੱਕ ਲੇਟੈਸਟ ਡਰਾਅ ਨਿਕਲਿਆ। ਆਪਾਂ ਸਭ ਤੋਂ ਪਹਿਲਾਂ ਇਹਦੀ ਗੱਲ ਕਰ ਲੈਂਦੇ ਹਾਂ, ਡਰਾਅ ਦਾ ਕੀ ਰਿਹਾ, ਕਿਵੇਂ ਦੇ ਸਕੋਰ ਰਹੇ, ਖਾਸ ਤੌਰ ਤੇ ਸਟੂਡੈਂਟਸ ਲਈ ਮਾੜਾ ਦੱਸ ਦਈਏ ਆਪਾਂ। ਤਰਨ ਜੀ ਅੱਜ ਜਿਹੜਾ ਡਰਾਅ ਗਿਆ ਹੈਗਾ ਜੀ 5000 ਇਨਵੀਟੇਸ਼ਨ ਦਿੱਤੇ ਗਏ ਨੇ, 469 ਪੁਆਇੰਟਸ ਦੇ ਕੱਟ ਆਫ ਤੇ ਇਹ ਡਰਾਅ ਗਿਆ ਹੈਗਾ। ਐਂਡ ਇਹਦੇ ਵਿੱਚ ਇੱਕੋ ਹੀ ਚੀਜ਼ ਕਵਾਂਗਾ ਕਿ ਇਸ ਸਾਲ ਦੇ ਵਿੱਚ 2020 ਵਾਜ਼ ਐਨ ਅਮੇਜ਼ਿੰਗ ਈਅਰ। 1,02,000 ਇਨਵੀਟੇਸ਼ਨ ਦਿੱਤੇ ਜਾ ਚੁੱਕੇ ਨੇ, 1,02,350 ਇਨਵੀਟੇਸ਼ਨਸ ਟੋਟਲ ਦਿੱਤੇ ਗਏ ਨੇ ਇਸ ਸਾਲ ਦੇ ਵਿੱਚ। ਸੋ ਵਿਚ ਇਜ਼ ਅਮੇਜ਼ਿੰਗ ਨੰਬਰ ਫॉर ਐਕਸਪ੍ਰੈਸ ਐਂਟਰੀ। ਹਾਂ, ਇੱਕ ਚੀਜ਼ ਜ਼ਰੂਰ ਹੈਗੀ ਹੈ, ਜਦੋਂ ਪੈਂਡੈਮਿਕ ਸ਼ੁਰੂ ਹੋਇਆ ਸੀਗਾ ਤੇ ਉਹ ਡ੍ਰੌਪ ਡਾਊਨ ਜ਼ਰੂਰ ਕੀਤੇ, ਸਕੋਰਸ ਡ੍ਰੌਪ ਡਾਊਨ ਜ਼ਰੂਰ ਕੀਤੇ ਸੀਗੇ ਤੇ ਉਦੋਂ 432 ਤੇ ਵੀ ਸਕੋਰ ਗਿਆ ਸੀਗਾ। ਐਂਡ ਉਸ ਟਾਈਮ ਤੇ ਕਾਫੀ ਸਾਰੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਇੱਥੇ ਵਰਕ ਪਰਮਿਟ ਤੇ ਹੈਗੇ ਉਹਨਾਂ ਨੇ ਉਸ ਚੀਜ਼ ਦਾ ਬੈਨੀਫਿਟ ਵੀ ਲਿੱਤਾ। ਬਟ ਅੱਜ ਦੀ ਤਰੀਕ ਦੇ ਵਿੱਚ ਅਗੇਨ ਵੀ ਆਰ ਬੈਕ ਟੂ 469, ਸੋ ਆਲਮੋਸਟ ਐਟ ਦ ਸੇਮ ਪੁਆਇੰਟਸ ਜਿੱਥੇ 2019 ਕਲੋਜ਼ ਹੋਇਆ ਸੀਗਾ। ਸੋ ਦਿਸ ਈਅਰ ਵੀ ਹੈਵ ਸੀਨ 469 ਤੋਂ ਲੈ ਕੇ 478 ਤੱਕ ਡਰਾਅ ਗਿਆ ਹੈਗਾ ਐਂਡ ਅਪ ਐਂਡ ਡਾਊਨ ਚੱਲਦੀ ਰਹੀ ਹੈ। ਬਟ ਓਵਰ ਜੇ ਅਸੀਂ ਬ੍ਰੌਡਰ ਸਕੇਲ ਤੇ ਗੱਲ ਕਰੀਏ ਤੇ 469 ਤੇ 70 ਦੇ ਆਸ-ਪਾਸ ਜੇ ਤੁਹਾਡਾ ਸਕੋਰ ਹੈਗਾ ਤੇ ਐਕਸਪ੍ਰੈਸ ਐਂਟਰੀ ਤੋਂ ਅੱਛਾ ਪ੍ਰੋਗਰਾਮ ਕੋਈ ਵੀ ਐਗਜ਼ਿਸਟ ਨਹੀਂ ਕਰਦਾ। ਉਹਦਾ ਰੀਜ਼ਨ ਹੈਗਾ ਕਿ ਇਹਦੇ ਵਿੱਚ ਐਪਲੀਕੇਸ਼ਨਸ ਜਿਹੜੀਆਂ ਹੈਗੀਆਂ ਬੜੀ ਛੇਤੀ ਪ੍ਰੋਸੈਸ ਹੋ ਸਕਦੀਆਂ, ਤਕਰੀਬਨ 6 ਤੋਂ 8 ਮਹੀਨੇ ਦੇ ਅੰਦਰ ਅੰਦਰ ਤੁਹਾਨੂੰ ਪਰਮਾਨੈਂਟ ਰੈਜ਼ੀਡੈਂਸੀ ਮਿਲ ਸਕਦੀ ਹੈਗੀ ਹੈ। ਐਂਡ ਇੱਥੇ ਇੱਕੋ ਹੀ ਚੀਜ਼, ਜੇ ਤੁਹਾਡੀ ਏਜ 29 ਤੋਂ ਘੱਟ ਹੈਗੀ ਹੈ, ਮਾਸਟਰਸ ਦੀ ਇਕੁਇਲੈਂਸੀ ਹੈਗੀ ਹੈ, 3 ਸਾਲ ਦਾ ਐਕਸਪੀਰੀਅੰਸ ਹੈਗਾ, ਆਈਲੈਟ ਦੇ ਵਿੱਚ ਜਾਂ ਸੈਲਪਿਪ ਦੇ ਵਿੱਚ ਤੁਸੀਂ CLB 9 ਸਕੋਰ ਕਰ ਰਹੇ ਹੋ, ਆਈਲੈਟ ਦੇ ਵਿੱਚ 877 ਐਂਡ ਸੈਲਪਿਪ ਦੇ ਵਿੱਚ 9999 ਹੈਗਾ, this is an amazing opportunity for you. Do not even think of anything else. but ਜਿਹੜੇ ਦੋਸਤ 29-30 ਕ੍ਰਾਸ ਕਰ ਗਏ ਨੇ ਉਹ ਵਿਦਆਊਟ ਜੌਬ ਆਫਰ ਜਾਂ ਵਿਦਆਊਟ PNP ਨਹੀਂ ਕੁਆਲੀਫਾਈ ਕਰਨਗੇ ਅੰਡਰ ਥੀਸ ਪ੍ਰੋਗਰਾਮਸ। ਤੇ ਉਹਨਾਂ ਵਾਸਤੇ ਇੱਕੋ ਹੀ ਚੀਜ਼ ਕਿ ਵਰਕ ਔਨ ਯੋਰ ਜੌਬ ਆਫਰ। ਜੇ ਤੁਸੀਂ ਐਪਲੀਕੇਸ਼ਨ ਪੁੱਟ ਅਪ ਵੀ ਕਰਨੀ ਹੈ ਜਾਂ ਕਰਨ ਜਾ ਰਹੇ ਹੋ ਜਾਂ ਕਰਨਾ ਚਾਹੁੰਦੇ ਹੈਗੇ ਹੋ, ਪਹਿਲੇ ਸਕੋਰ ਇਵੈਲੂਏਟ ਕਰਾਓ। ਆਪਣੇ ਕੰਸਲਟੈਂਟਸ, ਜਿਹੜੇ ਵੀ ਕੰਸਲਟੈਂਟ ਤੁਸੀਂ ਹਾਇਰ ਕਰਨਾ ਚਾਹੁੰਦੇ ਹੋ ਜਾਂ ਜਿਨ੍ਹਾਂ ਦੀ ਸਰਵਿਸਿਜ਼ ਲੈ ਰਹੇ ਹੋ ਲਾਇਰਸ ਦੀ, ਉਹਨਾਂ ਨੂੰ ਆਪਣੇ ਇਵੈਲੂਏਸ਼ਨਸ ਕਰਾਓ। ਐਂਡ ਜੇ ਤੁਸੀਂ ਇੱਥੇ ਹੈਗੇ ਹੋ ਤਾਂ ਪੁੱਟ ਅਪ ਯੋਰ ਫਾਈਲ। ਜੇ ਤੁਸੀਂ ਇੰਡੀਆ ਪਾਕਿਸਤਾਨ 'ਚ ਬੈਠੇ ਹੋ 300 ਸਕੋਰ ਹੈਗਾ ਤੇ ਦੇਰ ਇਜ਼ ਨੋ ਫਨ ਆਫ ਪੁਟਿੰਗ ਦਿਸ ਐਪਲੀਕੇਸ਼ਨ ਅਪ। ਸੋ ਐਕਸਪ੍ਰੈਸ ਐਂਟਰੀ ਦਾ ਪ੍ਰੋਫਾਈਲ ਵੀ ਤੁਸੀਂ ਸਿਰਫ ਕ੍ਰੀਏਟ ਕਰ ਰਹੇ ਹੋ, ਸਿਰਫ ਇੱਕ ਝੂਠੀ ਦਿਲਾਸਾ ਆਪਣੇ ਆਪ ਨੂੰ ਦੇਣ ਵਾਸਤੇ। ਐਂਡ ਜੇ ਤੁਹਾਡਾ ਸਕੋਰ 450 450 ਦੇ ਵਿੱਚ ਹੈਗਾ ਤੇ ਸਟਾਰਟ ਲੁਕਿੰਗ ਫॉर EMPLOYERS ਜਿਨ੍ਹਾਂ ਨੂੰ ਤੁਹਾਡਾ ਬੈਨੀਫਿਟ ਹੋ ਸਕਦਾ ਐਂਡ ਉਹ ਵੀ ਤੁਹਾਨੂੰ LMI ਦੇਣ ਤੋਂ ਕਤਰਾਣ ਨਾ। ਸਰ ਹੁਣ ਕਿੰਨੇ ਕੁ ਡਰਾਅ ਇਸ ਸਾਲ ਦੇ ਵਿੱਚ, ਕੀ ਕੋਈ ਹੋਰ ਡਰਾਅ ਨਿਕਲੂਗਾ ਜਾਂ ਇਹ ਆਖਰੀ ਡਰਾਅ ਸੀ? Taran ji, we are hoping that we will have one more draw to go and hopefully that would be the last draw for 2020. So ਇਹ ਐਕਸਪੈਕਟਡ ਹੈਗਾ ਕਿ 4,07,000 ਦੇ ਆਸ-ਪਾਸ 1,07,000 ਦੇ ਆਸ-ਪਾਸ ਇਨਵੀਟੇਸ਼ਨਸ ਇਸ ਸਾਲ ਦਿੱਤੇ ਜਾਣਗੇ। ਜੀ ਸਰ, ਪਿਛਲੀ ਵਾਰ ਵੀ 5,000 ਐਪਲੀਕੇਸ਼ਨਸ ਪਿਕ ਕੀਤੀਆਂ ਗਈਆਂ ਸੀ, ਇਸ ਵਾਰ ਵੀ 5,000 ਐਪਲੀਕੇਸ਼ਨਸ ਨੇ। ਨੈਕਸਟ ਜਿਹੜੇ ਲਾਸਟ ਡਰਾਅ ਦੀ ਅਸੀਂ ਗੱਲ ਕਰੀਏ, ਤੁਹਾਨੂੰ ਕੀ ਲੱਗ ਰਿਹਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਦੇ ਜਿਹੜੇ ਸਕੋਰਸ ਐਂਡ ਆਲ ਸਾਰੇ ਸਰਕਮਸਟੈਂਸਿਸ ਦੀ ਗੱਲ ਕਰੀਏ ਕਿਵੇਂ ਦਾ ਹੋ ਸਕਦਾ ਆ? ਤਰਨ, ਜੇ ਇੱਕ ਅੱਧਾ ਡਰਾਅ ਹੋਰ ਜਾਂਦਾ ਹੈ 5,000 ਦਾ ਤੇ ਐਕਸਪੈਕਟਡ ਹੈਗਾ ਕਿ ਇੱਕ ਅੱਧਾ ਪੁਆਇੰਟ ਐਕਸਪ੍ਰੈਸ ਐਂਟਰੀ ਦੇ ਵਿੱਚ ਥੱਲੇ ਵੀ ਆ ਸਕਦਾ ਹੈਗਾ ਜਾਂ 2 ਪੁਆਇੰਟਸ ਵੀ ਥੱਲੇ ਆ ਸਕਦੇ ਨੇ। ਬਟ ਐਜ਼ ਆਫ ਟੂਡੇ ਜੇ ਉਹ ਡਰਾਅਸ ਘਟਦੇ ਨੇ 4,000 ਤੇ ਜਾਂ 3,700 ਦਾ ਡਰਾਅ ਪਿਕ ਹੁੰਦਾ ਆ ਤੇ ਦੈਨ ਇਟ ਵਿਲ ਗੋ ਅਪ। ਬਿਲਕੁਲ ਸਰ। ਐਕਸਪ੍ਰੈਸ ਐਂਟਰੀ ਤੋਂ ਇਲਾਵਾ ਜਿਹੜੀ ਇੱਕ ਹੋਰ ਅੱਜ ਲੇਟੈਸਟ ਅਪਡੇਸ਼ਨ ਆਈ ਹੈ ਉਹ ਹੈਗੀ ਹੈ ਰਿਫਿਊਜੀ ਦੇ ਵਿੱਚ ਮਾਮਲਿਆਂ ਦੇ ਵਿੱਚ। ਸੋ ਉਹਨਾਂ ਕੇਸਿਸ ਦੀ ਜੇ ਗੱਲ ਕੀਤੀ ਜਾਵੇ, ਕੀ ਲੇਟੈਸਟ ਨਵੇਂ ਸੁਣਿਆ ਗਿਆ ਕਿ ਪ੍ਰੋਗਰਾਮਸ ਦੀ ਗੱਲ ਹੋ ਰਹੀ ਹੈ, ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ। ਹੈਲੋ। ਹਾਂਜੀ, ਮੈਂ ਹਰਵੰਤ ਸਿੰਘ ਬੋਲ ਰਿਹਾ ਜੀ। ਸਵਾਗਤ ਹੈ ਜੀ ਪ੍ਰੋਗਰਾਮ 'ਚ। ਦੱਸੋ ਸਰ ਕੀ ਸਵਾਲ ਹੈ? ਮੈਂ ਪੁੱਛਣਾ ਸੀਗਾ ਮੇਰੇ ਰਿਸ਼ਤੇਦਾਰਾਂ ਦਾ ਨਾ ਅਗਰ ਉਹ ਫਾਸਟ ਟਰੈਕ ਹੈਗਾ ਜਿਹਦੇ ਵਿੱਚ ਦੂਸਰਾ ਪਰਮਾਨੈਂਟ ਰੈਜ਼ੀਡੈਂਸ ਵਾਸਤੇ ਜੀ, ਤੇ ਉਹਨਾਂ ਦੇ ਮਤਲਬ ਫਿੰਗਰਪ੍ਰਿੰਟ ਹੋ ਗਏ ਉਹਨੇ ਤੇ ਡਾਕਟਰੀ ਆਉਣੀ ਆ, ਉਹ ਨਹੀਂ ਮਤਲਬ ਹਾਲੇ ਤੇ ਕਰਾਈ। ਜੀ ਸਰ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਮੈਡੀਕਲ ਦੀ ਪੁੱਛਣਾ ਚਾਹੁੰਦੇ ਨੇ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
ਜੀ ਸਰ। ਅੱਜ ਦੀ ਤਰੀਕ ਦੇ ਵਿੱਚ ਤਰਨ ਜੀ ਥੋੜਾ ਜਿਹਾ ਪੇਸ਼ੈਂਸ ਰੱਖਣਾ ਪਏਗਾ ਬਿਕੋਜ਼ ਆਫ ਪੈਂਡੈਮਿਕ, ਬਿਕੋਜ਼ ਆਫ ਕੋਵਿਡ ਸਿਚੁਏਸ਼ਨਸ। ਬਹੁਤ ਸਾਰੀਆਂ ਚੀਜ਼ਾਂ ਡਿਲੇਡ ਚੱਲ ਰਹੀਆਂ ਹੈਗੀਆਂ ਐਂਡ ਬਹੁਤ ਸਾਰੇ ਆਫਿਸਿਸ ਫੁੱਲ ਸਟਰੈਂਥ ਦੇ ਉੱਤੇ ਵੀ ਕੰਮ ਨਹੀਂ ਕਰ ਰਹੇ। ਐਂਡ ਅਸੀਂ ਬਾਇਓਮੈਟ੍ਰਿਕਸ ਦੀ ਵੀ ਗੱਲ ਕਰੀਏ, ਬਾਇਓਮੈਟ੍ਰਿਕਸ ਹੁਣ ਦੁਬਾਰਾ ਇੰਡੀਆ ਦੇ ਵਿੱਚ ਹੁਣ ਓਪਨ ਹੋਏ ਨੇ। ਸੋ ਯੈਸ ਵੀ ਹੈਵ ਟੂ ਬੀ ਪੇਸ਼ੈਂਟ। ਹਾਂ, ਜੇ ਪਹਿਲਾ ਪ੍ਰੋਸੈਸਿੰਗ ਟਾਈਮ 2 ਮਹੀਨੇ ਲੱਗਦਾ ਸੀ, ਅੱਜ ਦੀ ਤਰੀਕ 'ਚ ਤੁਸੀਂ ਮੈਂਟਲੀ 4 ਤੋਂ 6 ਮਹੀਨੇ ਵਾਸਤੇ ਪ੍ਰਿਪੇਅਰ ਆਪਣੇ ਆਪ ਨੂੰ ਰੱਖੋ। ਬਿਲਕੁਲ ਸਰ, ਆਪਾਂ ਗੱਲ ਕਰ ਰਹੇ ਸੀ ਰਿਫਿਊਜੀਜ਼ ਦੇ ਮਾਮਲੇ ਵਿੱਚ ਸੁਣਨ ਵਿੱਚ ਆਇਆ ਸਰਕਾਰ ਕੋਈ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ, ਉਹ ਕੀ ਹੈ? ਤਰਨ ਜੀ ਬੇਸਿਕਲੀ ਰਿਫਿਊਜੀ ਦੇ ਵਿੱਚ ਉਹਨਾਂ ਨੇ ਕਾਫੀ ਸਾਰੇ ਰਿਫਿਊਜੀ ਕਲੇਮੈਂਟਸ ਇਹੋ ਜਿਹੇ ਹੈਗੇ ਨੇ ਜਿਹੜੇ ਇਸ ਟਾਈਮ ਤੇ ਹੈਲਥ ਕੇਅਰ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਨੇ। ਭਾਵੇਂ ਉਹ ਐਜ਼ ਅ ਡਾਕਟਰ ਕੰਮ ਕਰ ਰਹੇ ਨੇ, ਭਾਵੇਂ ਐਜ਼ ਅ ਨਰਸ ਕਰ ਰਹੇ ਨੇ, ਭਾਵੇਂ ਐਜ਼ ਐਨ ਔਰਡਲੀ ਕਰ ਰਹੇ ਨੇ। ਕਿਸੇ ਵੀ ਹੈਲਥ ਕੇਅਰ ਸਿਸਟਮ ਦੇ ਵਿੱਚ ਤੁਸੀਂ ਕਿਸੇ ਵੀ ਈਵਨ ਔਰਡਲੀ ਦੇ ਤੌਰ ਤੇ ਵੀ ਕੰਮ ਕਰ ਰਹੇ ਹੋ, PSW ਦੇ ਤੌਰ ਤੇ ਵੀ ਕੰਮ ਕਰ ਰਹੇ ਹੋ, ਤਾਂ ਵੀ ਇਹ ਪ੍ਰੋਗਰਾਮ ਤੁਹਾਡੇ ਵਾਸਤੇ ਹੋ ਸਕਦਾ ਹੈਗਾ। ਸੋ ਬੇਸਿਕਲੀ ਇਸ ਪ੍ਰੋਗਰਾਮ ਦੇ ਵਿੱਚ ਕੀ ਹੈਗਾ ਕਿ ਇੱਕ ਪਾਇਲਟ ਸ਼ੁਰੂ ਕੀਤਾ ਗਿਆ, 14 ਦਸੰਬਰ ਔਨਵਰਡਸ ਇਨਵੀਟੇਸ਼ਨ ਐਪਲੀਕੇਸ਼ਨਸ ਐਕਸੈਪਟ ਕੀਤੀਆਂ ਜਾਣਗੀਆਂ। ਸੋ ਜਿੰਨੇ ਰਿਫਿਊਜੀ ਕਲੇਮੈਂਟਸ ਹੈਗੇ ਨੇ, ਜੇ ਇਹਨਾਂ ਸਟਰੀਮਸ ਦੇ ਵਿੱਚ ਕੰਮ ਕਰ ਰਹੇ ਨੇ ਤੇ ਉਹ ਆਪਣੀ ਰਿਫਿਊਜੀ ਕਲੇਮੈਂਟ ਨੂੰ ਛੱਡ ਕੇ ਇੱਧਰ ਵੀ ਆਪਣੀ PR ਵਾਸਤੇ ਐਲੀਜੀਬਲ ਹੋ ਸਕਦੇ ਨੇ। ਇਹਦੇ ਵਿੱਚ 4 ਤੋਂ 6 ਮਹੀਨੇ ਦੇ ਵਿੱਚ ਐਕਸਪੈਕਟਡ ਹੈਗਾ ਕਿ ਉਹਨਾਂ ਦੀ ਫਾਈਲ ਵੀ ਪ੍ਰੋਸੈਸ ਹੋ ਜਾਏਗੀ। ਸਰ ਇਹਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਕੈਪ ਵੀ ਹੋਏਗਾ ਇਹਨਾਂ ਦੇ ਉੱਤੇ ਕੋਈ? ਐਜ਼ ਆਫ ਟੁਡੇ ਕੋਈ ਕੈਪ ਨਜ਼ਰ ਨਹੀਂ ਆ ਰਿਹਾ ਤਰਨ ਜੀ, ਬਟ ਹਾਲੇ ਹੋਰ ਵੀ ਇਨਫੋਰਮੇਸ਼ਨ ਜਿਹੜੀ ਆਏਗੀ ਉਹ ਆਉਣ ਵਾਲੇ 2-3 ਦਿਨਾਂ ਦੇ ਵਿੱਚ ਵੀ ਵਿਲ ਹੈਵ ਮੋਰ ਇਨਫੋਰਮੇਸ਼ਨ। ਬਟ ਐਜ਼ ਆਫ ਟੁਡੇ ਦੇਰ ਇਜ਼ ਨੋ ਕੈਪ ਔਨ ਥੀਜ਼ ਐਪਲੀਕੇਸ਼ਨਸ ਐਂਡ ਇਹੀ ਨਜ਼ਰ ਆ ਰਿਹਾ ਕਿ ਐਪਲੀਕੇਸ਼ਨਸ ਬੜੀ ਜਲਦੀ ਇਸ ਕੈਟੇਗਰੀ ਦੇ ਵਿੱਚ, ਬਿਕੋਜ਼ ਫਰੰਟ ਲਾਈਨ ਵਰਕਰਸ ਹੈਗੇ ਨੇ, ਇਹਨਾਂ ਸਟਰੀਮਸ ਦੇ ਵਿੱਚ ਐਪਲੀਕੇਸ਼ਨ ਬੜੀ ਫਾਸਟ ਪ੍ਰੋਸੈਸ ਹੋਏਗੀ। ਹਾਂ, ਜਿਹੜੇ 3 ਚੀਜ਼ਾਂ ਹੈਗੀਆਂ ਜਿਹੜਾ ਪੁਲਿਸ ਇਨਐਡਮਿਸਿਬਿਲਿਟੀ ਨਹੀਂ ਗੱਲ ਕਰਾਂਗੇ ਜੀ। ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂ, ਆਪਣੇ ਵੈਨਕੂਵਰ ਤੋਂ ਬੋਲ ਰਹੇ ਹਾਂ ਜੀ ਸਰ, ਕੀ ਸਵਾਲ ਹੈ? ਹਾਂਜੀ, ਜਿੱਦਾਂ ਅੱਜ ਆਪਣੀ ਨਵੀਂ ਅਪਡੇਟ ਆਈ ਹੈ ਜੀ ਰਿਫਿਊਜੀਆਂ ਬਾਰੇ। ਤੇ ਜਿੱਦਾਂ ਮੈਂ ਆਪਣਾ ਟਰੱਕ ਡਰਾਈਵਰ ਹਾਂ ਜੀ, ਅਸੀਂ PNP ਲਾਈ ਹੋਈ ਹੈ ਤੇ ਕਾਫੀ ਦਿਨ ਦੀ ਪੁਆਇੰਟ ਹਾਈ ਕਰਕੇ ਚੈੱਕ ਹੋਈ ਫਾਈਲ। ਤੇ ਜਿੱਦਾਂ ਸੁਣਨ 'ਚ ਆਇਆ ਵੀ ਆਪਣੇ ਗਵਰਨਮੈਂਟ ਕੁਛ ਕਰ ਰਹੀ ਹੈ, ਜਿੱਦਾਂ ਖੇਤੀ ਵਾਲਿਆਂ ਨੂੰ ਜਾਂ ਸਾਡਾ ਵੀ ਹੈਗਾ ਕੋਈ ਮੇਰਾ ਕੁਐਸਚਨ ਵੀ ਟਰੱਕ ਡਰਾਈਵਰਾਂ ਦਾ ਕੋਈ ਇਹਦੇ ਵਿੱਚ ਕੋਈ ਚਾਂਸ ਹੈ ਆਪਣਾ ਸਾਡਾ ਸਕੋਰ ਡਾਊਨ ਦਾ ਜਾਂ ਜੀ ਸਰ ਤੁਹਾਨੂੰ ਸਵਾਲ ਸਮਝ ਆ ਗਿਆ ਤਾਂ ਆਪਾਂ ਟੀਵੀ ਸਕਰੀਨ ਤੇ ਆਨਸਰ ਦੇ ਟੀਵੀ ਸਕਰੀਨ ਤੇ ਤੁਸੀਂ ਆਨਸਰ ਸੁਣ ਸਕਦੇ ਹੋ ਜੀ। ਤੁਹਾਡਾ ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਇੱਕ ਹੋਰ ਦਰਸ਼ਕ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ ਜੀ? ਹਾਂਜੀ ਅਸੀਂ ਵੈਨਕੂਵਰ ਤੋਂ ਬੋਲ ਰਹੇ ਹਾਂ ਜੀ। ਹਾਂਜੀ ਅਸੀਂ ਕੁਐਸਚਨ ਪੁੱਛਣਾ ਸੀਗਾ। ਹਾਂਜੀ, ਮੇਰੀ ਸਿਸਟਰ ਹੈ ਨਾ, ਉਹ ਇੱਥੇ ਨੈਣੀ ਦੇ ਵੀਜ਼ੇ ਤੇ ਆ ਜੀ। ਲਾਸਟ ਈਅਰ ਆਈ ਸੀਗੀ ਤੇ ਉਹ ਹੁਣ PR ਵਾਸਤੇ ਫਾਈਲ ਲਾ ਸਕਦੀ ਹੈ? ਲਾਈਕ ਟੂ ਗੈਟ ਓਨਲੀ ਫਾਈਲ ਨੰਬਰ ਵੀ ਹੁਣ ਇੱਕ ਵਾਰੀ ਫਾਈਲ ਲਾ ਕੇ ਐਂਡ ਦੈਨ ਬਾਅਦ ਚੋਂ ਵੀ ਵਰਕ ਐਕਸਪੀਰੀਅੰਸ ਸਬਮਿਟ ਕਰ ਸਕਦੀ ਹੈ ਕਿ ਨਹੀਂ ਇਸ ਤਰ੍ਹਾਂ ਕਰ ਸਕਦੇ? ਸਰ ਨੈਣੀ ਫਾਈਲ ਦੇ ਲਈ 1 ਸਾਲ ਦਾ ਐਕਸਪੀਰੀਅੰਸ ਇਨਫ ਹੋਏਗਾ? ਓਕੇ, ਜਿਹੜੇ ਉਹ ਨਵੇਂ ਪ੍ਰੋਗਰਾਮ ਦੇ ਅੰਡਰ ਲੈਂਡ ਕੀਤੇ ਸੀਗੇ ਜੀ ਕਿ ਪੁਰਾਣੇ LMIA ਦੇ ਨਾਲ ਲੈਂਡ ਕੀਤੇ ਸੀਗੇ ਕਿ LMIA ਤੋਂ ਐਗਜ਼ੈਂਪਟ ਕੈਟੇਗਰੀ? LMIA ਓਕੇ, ਦੈਨ ਸ਼ੀ ਵਿਲ ਹੈਵ ਟੂ ਠੀਕ ਹੈ। ਆਪਾਂ ਟੀਵੀ ਸਕਰੀਨ ਤੇ ਤੁਸੀਂ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸਰ ਇਸ ਤੋਂ ਪਹਿਲਾਂ ਜਿਨ੍ਹਾਂ ਨੇ ਵੈਨਕੂਵਰ ਤੋਂ ਟਰੱਕ ਡਰਾਈਵਰ ਦੀ ਜਿਨ੍ਹਾਂ ਦੀ ਕਾਲ ਆਈ ਸੀ ਉਹ ਪੁੱਛਣਾ ਚਾਹੁੰਦਾ ਤਰਨ ਜੀ, ਜਿਹੜਾ ਆ ਨਵਾਂ ਪ੍ਰੋਗਰਾਮ ਉਲੀਕਿਆ ਗਿਆ ਹੈਗਾ ਰਿਫਿਊਜੀ ਕਲੇਮੈਂਟਸ ਵਾਸਤੇ, ਆ ਬੇਸਿਕਲੀ ਉਹਨਾਂ ਵਾਸਤੇ ਹੈਗਾ ਜਿਹੜਾ ਇਸ ਟਾਈਮ ਹੈਲਥ ਕੇਅਰ ਸਰਵਿਸਿਜ਼ ਦੇ ਵਿੱਚ ਹੈਗੇ ਨੇ, ਹੈਲਥ ਕੇਅਰ ਸਿਸਟਮ ਦੇ ਵਿੱਚ ਕੰਮ ਕਰ ਰਹੇ ਨੇ। ਸੋ ਐਜ਼ ਆਫ ਟੁਡੇ ਇਸ ਪ੍ਰੋਗਰਾਮ ਦੇ ਵਿੱਚ ਟਰੱਕ ਡਰਾਈਵਰਸ ਇਨਕਲੂਡਡ ਨਹੀਂ ਹੈਗੇ ਐਂਡ ਇਹ ਜੇ PNP ਇਹਨਾਂ ਨੇ BC ਦੇ ਵਿੱਚ ਲਗਾਈ ਸੀ ਉੱਤੇ ਪੁਆਇੰਟਸ ਉੱਪਰ ਚਲੇ ਗਏ ਨੇ। ਐਬਸੋਲੂਟਲੀ ਆਪਣੀ ਲੈਂਗੁਏਜ ਸਕਿੱਲਸ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰੋ। ਦੈਟ ਇਜ਼ ਦ ਓਨਲੀ ਥਿੰਗ ਯੂ ਕੈਨ ਡੂ ਐਂਡ ਅਦਰਵਾਈਜ਼ 1 ਜਾਂ 2 ਸਾਲ ਦਾ ਜਿਸ ਤਰ੍ਹਾਂ ਐਕਸਪੀਰੀਅੰਸ ਹੋਈ ਜਾਏਗਾ ਤੇ ਉਹ ਤੁਹਾਡੀ ਐਡਵਾਂਟੇਜ ਰਹੇਗੀ, ਪੁਆਇੰਟਸ ਉੱਥੇ ਹੀ ਤੁਹਾਡੇ ਵੱਧ ਸਕਣਗੇ। ਬਟ ਅਦਰ ਦੈਨ ਦੈਟ ਵੇਟ ਫॉर ਦਿਸ ਪ੍ਰੋਗਰਾਮ। ਸਰ ਜਿਵੇਂ ਕਹਿ ਰਹੇ ਸੀ ਸਡਬਰੀ ਦੇ ਵਿੱਚ ਫਾਰਮਰਸ ਦਾ ਵੀਜ਼ਾ ਜਿਵੇਂ ਆਪਾਂ ਕਹਿ ਸਕਦੇ ਹਾਂ ਕਰਨ ਬੇਸਿਕਲੀ ਜਿਹੜਾ ਫਾਰਮ ਵਰਕਰਸ ਵੀਜ਼ਾ ਉਹ ਬੇਸਿਕਲੀ ਆਲ ਅਕ੍ਰੋਸ ਕੈਨੇਡਾ ਹੈਗਾ। ਉਹ ਕੱਲਾ ਸਡਬਰੀ ਵਾਸਤੇ ਨਹੀਂ ਹੈਗਾ, ਉਹ ਆਲ ਅਕ੍ਰੋਸ ਐਗਰੀ ਫੂਡ ਪਾਇਲਟ ਪ੍ਰੋਜੈਕਟ ਜਿਹੜਾ ਸ਼ੁਰੂ ਕੀਤਾ ਗਿਆ। ਸੋ ਬੇਸਿਕਲੀ ਜੇ ਫਾਰਮ ਲੇਬਰ ਫਾਰਮ ਸੁਪਰਵਾਈਜ਼ਰ ਦੇ ਤੌਰ ਤੇ ਜਿਹਨੂੰ ਵੀ 1 ਸਾਲ ਦਾ ਕੈਨੇਡੀਅਨ ਐਕਸਪੀਰੀਅੰਸ ਹੈਗਾ, ਗ੍ਰੇਡ 12 ਹੈਗੀ ਹੈ, 4.5 ਬੈਂਡਸ ਹੈਗੇ ਨੇ, ਉਹ ਇਸ ਪ੍ਰੋਗਰਾਮ ਦੇ ਵਿੱਚ ਜਾ ਸਕਦੇ ਨੇ। ਸੋ ਬੇਸਿਕਲੀ ਹੋ ਸਕਦਾ ਹੈ ਭਾਈ ਸਾਹਿਬ ਇਹ ਵੀ ਪੁੱਛਦੇ ਹੋਣ ਕਿ ਮੈਂ ਟਰੱਕਿੰਗ ਨੂੰ ਛੱਡ ਕੇ ਮੈਂ ਦੂਜੇ ਪਾਸੇ LMIA ਲੈ ਕੇ ਚੱਲ ਜਾਵਾਂ ਜੀ। ਐਬਸੋਲੂਟਲੀ ਇਹ ਜਿਹੜਾ ਪਾਇਲਟ ਹੈਗਾ ਐਜ਼ ਆਫ ਟੁਡੇ ਇਟ ਇਜ਼ ਡੂਇੰਗ ਵੈਲ ਐਂਡ ਹੋਪਫੁਲੀ ਇਹ ਕੰਟੀਨਿਊ ਵੀ ਰਹੇਗਾ। ਬਟ ਇਮੀਗ੍ਰੇਸ਼ਨ ਇੱਕ ਇਹੋ ਜਿਹੀ ਚੀਜ਼ ਹੈ ਜਾਂ ਕਿਸੇ ਵਿੱਚ ਕੱਲ ਦਾ ਕੋਈ ਪ੍ਰਿਡਿਕਟ ਨਹੀਂ ਕਰ ਸਕਦੇ ਕਿ ਕੱਲ ਕੀ ਹੋਏਗਾ। ਬਿਲਕੁਲ ਜੀ। ਤੇ ਸਰ ਇਸ ਤੋਂ ਬਾਅਦ ਨੈਕਸਟ ਇਹਨਾਂ ਦੀ ਕਾਲ ਆਈ ਸੀ ਨੈਣੀ ਦੇ ਬਾਰੇ ਵਿੱਚ ਪੁੱਛ ਰਹੇ ਸੀ ਕਿ 1 ਸਾਲ ਦਾ ਐਕਸਪੀਰੀਅੰਸ ਇਨਫ ਹੋਏਗਾ ਜੀ।
ਤਨ ਬੇਸਿਕਲੀ ਉਹ ਜਿਹੜਾ 올ਡ ਸਿਸਟਮ ਸੀਗਾ ਜਿੱਥੇ ਕੇਅਰ ਗਿਵਰ ਲੈਂਡ ਕਰਦੇ ਸੀਗੇ ਵਿਦ LMIA, ਉਹ ਪ੍ਰੋਗਰਾਮ ਐਜ਼ ਸੱਚ ਇਟ ਇਜ਼ ਨਾਟ ਵਰਕਿੰਗ ਐਟ ਦਿਸ ਮੋਮੈਂਟ। ਸੋ PR ਲੈਣ ਵਾਸਤੇ ਇਹਨਾਂ ਨੂੰ ਨਵੇਂ ਪ੍ਰੋਗਰਾਮ ਦੇ ਵਿੱਚ ਜਾਣਾ ਪਏਗਾ, ਉਹਦੇ ਵਿੱਚ ਨਵੀਂ ਐਪਲੀਕੇਸ਼ਨ ਲਗਾਉਣੀ ਪਏਗੀ। ਯੈਸ ਵਿਦ 1 year ਐਕਸਪੀਰੀਅੰਸ ਹੈ ਉਸ ਕੈਟੇਗਰੀ ਦੇ ਵਿੱਚ ਜਾ ਸਕਦੇ ਨੇ, ਐਲੀਜੀਬਲ ਹੈਗੇ ਨੇ ਲਗਾਉਣ ਵਾਸਤੇ। ਸੋ ਉਸ ਪ੍ਰੋਗਰਾਮ ਦੇ ਵਿੱਚ ਕੀ ਹੈਗਾ ਕਿ ਤੁਹਾਡੇ ਕੋਲ grade 12 ਪਲੱਸ ਇੱਕ ਡਿਪਲੋਮਾ ਜਾਂ ਡਿਗਰੀ ਤੁਹਾਡੇ ਕੋਲ ਜ਼ਰੂਰ ਹੋਣੀ ਚਾਹੀਦੀ ਹੈ। ਸੋ ਪੋਸਟ ਸੈਕੰਡਰੀ ਐਜੂਕੇਸ਼ਨ ਜ਼ਰੂਰ ਹੋਣੀ ਚਾਹੀਦੀ ਹੈ। ਨਾਲ ਦੇ ਨਾਲ ਆਈਲੈਟਸ ਪਹਿਲਾਂ ਕੀਤਾ ਹੋਣਾ ਚਾਹੀਦਾ ਐਂਡ ਉਸ ਦੇ ਨਾਲ ਤੁਸੀਂ ਐਪਲੀਕੇਸ਼ਨ ਆਪਣੀ ਪੁੱਟ ਅਪ ਕਰ ਸਕਦੇ ਹੋ। ਉਸ ਪ੍ਰੋਗਰਾਮ ਦੇ ਵਿੱਚ ਜਾਣ ਤੋਂ ਬਾਅਦ 2 ਸਾਲ ਦੇ ਵਿੱਚ ਇਹਨਾਂ ਦੀ PR ਪੋਸੀਬਲ ਹੈਗੀ, 2 ਸਾਲ ਉਸ ਪ੍ਰੋਗਰਾਮ ਦੇ ਉੱਤੇ ਕੰਮ ਕਰਨ ਤੋਂ ਬਾਅਦ। ਸੋ ਜਿਹੜੇ ਇਹ 1 ਸਾਲ ਇਹਨਾਂ ਨੇ ਕੰਮ ਕੀਤਾ, ਇਹ ਬੇਸਿਕਲੀ ਦਿਸ ਵੁੱਡ ਨਾਟ ਬੀ ਕਾਊਂਟਡ ਟੁਵਰਡਸ ਦੈਟ ਸਾਈਡ। ਸੋ ਇਹਨਾਂ ਨੂੰ ਦੁਬਾਰਾ ਐਪਲੀਕੇਸ਼ਨ ਦੁਬਾਰਾ ਪ੍ਰੋਸੈਸ ਕਰਨਾ ਪਏਗਾ ਐਂਡ ਉਸ ਤੋਂ ਬਾਅਦ ਇਹ ਨਵੇਂ ਪ੍ਰੋਗਰਾਮ ਦੇ ਵਿੱਚ ਜਾ ਸਕਦੇ ਨੇ। ਸੋ ਇਨਫੋਰਮੇਸ਼ਨ ਜੇ ਲੈਣਾ ਚਾਹੁੰਦੇ ਹੋ ਯੂ ਕੈਨ ਰੀਚ ਆਊਟ ਟੂ ਯੋਰ ਕੰਸਲਟੈਂਟ ਲਾਇਰ ਜਾਂ ਤੁਸੀਂ ਸਾਨੂੰ ਆਫਿਸ ਦੇ ਵਿੱਚ ਕਾਲ ਕਰ ਸਕਦੇ ਹੋ। ਜੀ ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਜੀ ਬਰੈਂਪਟਨ ਤੋਂ ਬੋਲ ਰਹੀ ਹਾਂ ਜੀ। ਦੱਸੋ ਜੀ ਕੀ ਸਵਾਲ ਹੈ? ਮੇਰਾ ਬੇਟਾ ਆਸਟ੍ਰੇਲੀਆ ਹੈ ਜੀ। ਉਹ ਉੱਥੇ ਟਰੱਕ ਡਰਾਈਵਰ ਆ ਜੀ ਤੇ ਉੱਥੇ ਉਹਨੂੰ 7 ਸਾਲ ਹੋ ਗਏ ਨੂੰ। ਉਹ ਇੱਥੇ ਕੈਨੇਡਾ ਆਉਣਾ ਚਾਹੁੰਦਾ ਤੇ ਉਹ ਕੀ ਪ੍ਰੋਸੀਜਰ ਆ? ਉਹਨੇ ਆਈਲੈਟ ਕੀਤੀ ਹੈ, 7.5 ਬੈਂਡ ਆਏ ਆ ਉੱਥੇ। ਐਜੂਕੇਸ਼ਨ ਕੀ ਹੈ ਜੀ ਉਹਨਾਂ ਦੀ? ਉਹਨੇ ਐਜੂਕੇਸ਼ਨ ਹੈਗੀ ਹੈ ਜੀ, ਸ਼ੈਫ ਦਾ ਵੀ ਕੀਤਾ ਹੈ ਤੇ BA ਤੋਂ ਨਹੀਂ ਕਲੀਅਰ ਨਹੀਂ, BA ਫਾਈਨਲ ਚੋਂ ਕਲੀਅਰ ਨਹੀਂ ਕੀਤਾ ਜੀ। ਉੱਥੇ ਆਪਾਂ ਗੱਲ ਕਰੀਏ, ਕੁਝ ਪੁੱਛਣਾ ਤੁਸੀਂ? ਇਹਨਾਂ ਕੋਲ ਐਜ਼ ਅ ਕੁੱਕ ਐਜ਼ ਅ ਸ਼ੈਫ ਐਕਸਪੀਰੀਅੰਸ ਵੀ ਹੈਗਾ? ਹਾਂਜੀ, ਉਹ ਇੰਡੀਆ ਦਾ ਜੀ। ਠੀਕ ਹੈ ਜੀ। ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਰ। ਇਹਨਾਂ ਵਾਸਤੇ ਜਿਹੜੀ ਆਪਸ਼ਨਸ ਐਗਜ਼ਿਸਟ ਕਰਦੀਆਂ ਜੀ, ਜੇ ਕੁਕਿੰਗ ਦਾ ਐਕਸਪੀਰੀਅੰਸ ਵੀ ਹੈ, ਟਰੱਕਿੰਗ ਦਾ ਐਕਸਪੀਰੀਅੰਸ ਹੈ, ਤੇ ਦੋਨੋਂ ਪਾਸੇ ਇਹ ਜਾ ਸਕਦੇ ਨੇ ਵਿਦ LMIA। ਇਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਕੋਈ EMPLOYER ਚਾਹੀਦਾ ਜਿਹੜਾ ਕੈਨੇਡਾ ਦੇ ਵਿੱਚ ਇਹਨਾਂ ਨੂੰ ਜੌਬ ਦੇਵੇ ਐਂਡ ਉਸ ਤੋਂ ਬਾਅਦ ਇਹ PR ਵਾਸਤੇ ਅੰਡਰ PNP ਪ੍ਰੋਗਰਾਮਸ ਕੁਆਲੀਫਾਈ ਕਰ ਸਕਦੇ ਨੇ। ਜੇ ਐਜ਼ ਅ ਟਰੱਕ ਡਰਾਈਵਰ ਆਣਗੇ ਤਾਂ ਵੀ ਪ੍ਰੋਗਰਾਮ ਡਿਫਰੈਂਟ ਪ੍ਰੋਵਿੰਸਿਸ ਦੇ ਐਗਜ਼ਿਸਟ ਕਰਦੇ ਨੇ ਜਿਹਦੇ ਵਿੱਚ ਕੁਆਲੀਫਾਈ ਕਰ ਸਕਦਾ ਹੈ ਕੰਮ ਕਰਨ ਤੋਂ ਬਾਅਦ 9 ਮਹੀਨੇ ਤੋਂ 1 ਸਾਲ ਦੇ ਵਿੱਚ। ਐਂਡ ਇਸੇ ਤਰ੍ਹਾਂ ਕੁੱਕ ਦੇ ਤੌਰ ਤੇ ਵੀ ਜੇ ਆਉਂਦੇ ਆ ਤੇ 1 ਸਾਲ ਕੰਮ ਕਰਨ ਤੋਂ ਬਾਅਦ ਉਹ PNP ਦੇ ਵਿੱਚ ਕੁਆਲੀਫਾਈ ਕਰ ਸਕਦੇ ਨੇ। ਸੋ ਯੈਸ, ਆਪਣੀ ਡਿਟੇਲਸ ਡਿਸਕਸ ਕਰਨ ਵਾਸਤੇ ਉਹਨਾਂ ਆਪਣੇ ਬੇਟੇ ਦੀ ਡਿਟੇਲਸ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਵੀ ਕੈਨ ਅਸਿਸਟ ਯੂ ਐਂਡ ਗਾਈਡ ਯੂ ਜੀ। ਬਿਲਕੁਲ ਜੀ। ਤੇ ਸਰ ਨੈਕਸਟ ਕਾਲਰ ਵੀ ਸਾਡੇ ਜੁੜ ਗਏ ਨੇ, ਅਸੀਂ ਉਹਨਾਂ ਦੀ ਵੀ ਕਾਲ ਲੈ ਲਈਏ ਤੇ ਸਾਰਿਆਂ ਦੇ ਸਵਾਲ ਦੇਣ ਤੋਂ ਬਾਅਦ ਫਿਰ ਆਪਾਂ ਆਪਣੇ ਟੌਪਿਕ ਤੇ ਵਾਪਸ ਆਉਂਦੇ ਹਾਂ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਬ੍ਰਹਮਪੁਰ ਤੋਂ ਬੋਲ ਰਹੇ ਹਾਂ ਜੀ। ਜੀ ਕੀ ਸਵਾਲ ਹੈ ਤੁਹਾਡਾ? ਮੇਰਾ ਸਵਾਲ ਹੈ, ਅਸੀਂ ਇੱਥੇ ਸੁਪਰਵਾਈਜ਼ਰ ਆਏ ਹੋਏ ਹਾਂ ਤੇ ਅਸੀਂ ਜਿੱਦਾਂ ਸਾਡੀ ਬੇਟੀ ਹੈ ਇੱਥੇ ਤੇ ਉਹਨੇ ਸਾਡੀ ਜਿੱਦਾਂ ਪੇਰੈਂਟਸ ਦੀ ਇਮੀਗ੍ਰੇਸ਼ਨ ਓਪਨ ਹੋਈਆਂ ਸੀ ਨਾ, ਉਹਦੇ ਤੇ ਅਪਲਾਈ ਕੀਤਾ ਜੀ। ਤੇ ਉਹ ਰੂਟ ਆਉਂਦਾ ਸਾਡਾ ਤੇ ਕੀ ਡਾਕੂਮੈਂਟ ਰਿਕੁਆਇਰਮੈਂਟ ਹੋਣਗੇ? ਜਿੱਦਾਂ ਕਿ ਇੱਥੇ ਮੈਰਿਜ ਸਰਟੀਫਿਕੇਟ ਚਾਹੀਦਾ, ਉਹ ਸਾਡੇ ਕੋਲ ਨਹੀਂ ਹੈਗਾ ਇੱਥੇ, ਤੇ ਉਹਦੇ ਵਾਸਤੇ ਪੁੱਛਣਾ ਸੀ ਜੀ। ਸਰ ਆਪਾਂ ਟੀਵੀ ਸਕਰੀਨ ਤੇ ਆਨਸਰ ਦੇਈਏ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਜੀ ਸਰ। ਜੀ ਡਾਕੂਮੈਂਟੇਸ਼ਨਸ ਕਾਫੀਆਂ ਚਾਹੀਦੀਆਂ ਹੈਗੀਆਂ ਜੀ, ਬਟ ਹਲੇ ਆਉਣ ਦਿਓ, ਉਸ ਤੋਂ ਬਾਅਦ ਤੁਹਾਨੂੰ ਟਾਈਮ ਮਿਲੇਗਾ ਤਕਰੀਬਨ 60 to 90 ਡੇਜ਼ ਦਾ ਆਪਣੀ ਐਪਲੀਕੇਸ਼ਨ ਪੁੱਟ ਅਪ ਕਰਨ ਦੇ ਵਾਸਤੇ। ਐਂਡ ਇਨ ਦਾ ਮੇਨ ਟਾਈਮ ਜੇ ਹੋ ਸਕੇ ਤੇ ਆਪਣੇ ਜਿਹੜੇ ਉੱਥੋਂ ਡਾਕੂਮੈਂਟ ਜੇ ਤੁਹਾਡੇ ਆ ਸਕਦੇ ਉਹ ਇੱਥੇ ਮੰਗਵਾ ਲਓ। ਜੇ ਤੁਹਾਡਾ ਕੋਈ ਬੇਟਾ ਜਾਂ ਕੋਈ ਬੱਚਾ ਉੱਥੇ ਬੇਸਡ ਹੈਗਾ ਤੇ ਆਪਣੇ ਡਾਕੂਮੈਂਟਸ ਇੱਥੇ ਮੰਗਾ ਲਓ। ਬਟ ਐਜ਼ ਆਫ ਟੂਡੇ ਜੇ ਮੈਂ ਤਾਂ ਤੁਹਾਨੂੰ ਰਿਕਮੈਂਡ ਕਰੂੰਗਾ ਕਿ ਹਲੇ ਵੇਟ ਕਰੋ ਐਂਡ ਯੂ ਵਿਲ ਗੈਟ ਐਂਪਲ ਟਾਈਮ। ਜੀ ਬਿਲਕੁਲ। ਤੇ ਸਰ ਅਸੀਂ ਗੱਲ ਕਰ ਰਹੇ ਸੀ, ਜਿਹੜਾ ਤੁਸੀਂ ਦੱਸ ਰਹੇ ਸੀ ਰਿਫਿਊਜੀ ਪ੍ਰੋਗਰਾਮਸ ਦੇ ਵਿੱਚ ਜਿਹੜੇ ਹੈਲਥ ਕੇਅਰ ਵਰਕਰਸ ਨੇ ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਜਾ ਰਹੀ ਹੈ ਤੇ ਫਾਈਲਸ ਉਹਨਾਂ ਦੀ ਜਲਦੀ ਪ੍ਰੋਸੈਸ ਹੋ ਸਕਦੀਆਂ। 3 ਪੁਆਇੰਟਸ ਤੇ ਤੁਸੀਂ ਗੱਲ ਕਰ ਰਹੇ ਸੀ। ਉਹਨਾਂ ਕੋਲ ਇਨਐਡਮਿਸਿਬਿਲਿਟੀ ਕਲੀਅਰੈਂਸ ਜ਼ਰੂਰ ਹੋਣੀ ਚਾਹੀਦੀ, ਮਤਲਬ ਇਨਐਡਮਿਸਿਬਿਲਿਟੀ ਕ੍ਰਿਮੀਨੈਲਿਟੀ ਵਗੈਰਾ ਹੈਲਥ ਕੇਅਰ ਦੇ ਉੱਤੇ ਕੋਈ ਇਸ਼ੂ ਨਹੀਂ ਹੋਣਾ ਚਾਹੀਦਾ। ਅਦਰ ਦੈਨ ਦੈਟ ਉਹਨਾਂ ਦੀ ਐਪਲੀਕੇਸ਼ਨ ਇਸ ਦੇ ਵਿੱਚ ਫਾਸਟ ਸਟਰੀਮ ਦੇ ਵਿੱਚ ਪ੍ਰੋਸੈਸ ਹੋ ਸਕਦੀ ਹੈ। ਐਂਡ ਬੇਸਿਕਲੀ ਉਹ ਆਪਣੀ ਕੰਟਰੀਬਿਊਸ਼ਨਸ ਵੀ ਕਰ ਰਹੇ ਨੇ ਐਜ਼ ਅ ਫਰੰਟ ਲਾਈਨ ਵਰਕਰ, ਤੇ ਇਹਦੇ ਵਾਸਤੇ ਗਵਰਨਮੈਂਟ ਉਹਨਾਂ ਨੂੰ ਐਪਰੀਸ਼ੀਏਟ ਕਰ ਰਹੀ ਹੈ ਐਂਡ ਦੈਟ ਇਜ਼ ਦ ਰੀਜ਼ਨ ਇਹ ਪ੍ਰੋਗਰਾਮ ਉਹਨਾਂ ਵਾਸਤੇ ਲਿਖਿਆ ਗਿਆ ਹੈ। ਸਰ ਦੋ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਹੈਲਥ ਕੇਅਰ ਵਰਕਰ ਦੇ ਵਿੱਚ ਹੈਗੇ ਨੇ, ਜੇ ਉਹਨਾਂ ਨੇ ਜੌਬ ਕਰ ਰਹੇ ਨੇ, ਕਿਸੇ ਦੀ ਪੈਂਡੈਮਿਕ ਦੇ ਕਰਕੇ PSW ਵਰਕਰਸ ਵਗੈਰਾ ਦੀ ਜੌਬ ਜਾਂਦੀ ਹੈ, ਕੀ ਉਹ ਐਕਸਪੀਰੀਅੰਸ ਦੇ ਨਾਲ ਤਾਂ ਵੀ ਕੁਆਲੀਫਾਈ ਕਰ ਸਕਦੇ ਨੇ? ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਜੀ ਮੈਂ DC ਤੋਂ ਬੋਲ ਰਿਹਾ ਜੀ। ਸਾਰੀ ਜੀ ਸਰ ਦੱਸੋ ਜੀ ਕੀ ਸਵਾਲ ਹੈ? ਮੈਮ ਮੇਰੇ ਇੱਕ ਬ੍ਰਦਰ ਹੈ, ਕਜ਼ਨ ਬ੍ਰਦਰ, ਉਹ ਇੰਡੀਆ ਦੇ ਵਿੱਚ ਹੈਗੇ, ਤਾਂ ਮੈਂ AIPP ਪ੍ਰੋਗਰਾਮ ਬਾਰੇ ਪੁੱਛਣਾ ਸੀ ਸਰ ਨੂੰ ਕਿ ਹੁਣ ਚੱਲ ਰਿਹਾ ਪ੍ਰੋਗਰਾਮ ਤੇ ਮੇਰਾ ਬ੍ਰਦਰ ਜਿਹੜਾ ਉਹ ਪੁਲਿਸ ਚ ਹੈ ਉੱਥੇ ਇੰਡੀਆ, ਤੇ what can be the best option for him if he wants to reach Canada, but ਉਹਦੇ ਕੋਲ like points ਘੱਟ ਨੇ, around 400 points ਹਨ।
ਕੀ ਐਜੂਕੇਸ਼ਨ ਹੈ ਜੀ, ਕੀ ਐਕਸਪੀਰੀਅੰਸ ਹੈ, ਕੀ ਏਜ ਹੈ ਉਹਨਾਂ ਦੀ? ਗ੍ਰੈਜੂਏਟ ਨੇ ਐਂਡ ਪੁਲਿਸ ਲਾਈਨ ਦੇ ਵਿੱਚ ਹੈਗੇ, ਮਤਲਬ ਪੁਲਿਸ ਹੈਡ ਕਾਂਸਟੇਬਲ ਨੇ ਤੇ ਅਰਾਊਂਡ 10 ਇਅਰਸ ਐਕਸਪੀਰੀਅੰਸ ਹੈ ਇਸੇ ਲਾਈਨ ਦਾ। ਉਸ ਤੋਂ ਪਹਿਲਾਂ ਬੈਂਕਿੰਗ ਇੰਸ਼ੋਰੈਂਸ ਦੇ ਵਿੱਚ ਵੀ 1-2 ਸਾਲ ਕੰਮ ਕੀਤਾ ਉਹਨਾਂ ਨੇ। ਉਸ ਤੋਂ ਬਾਅਦ ਪੁਲਿਸ ਦੇ ਵਿੱਚ ਭਰਤੀ ਹੋ ਗਈ ਸੀ ਤੇ ਏਜ ਉਹਨਾਂ ਦੀ ਹੈਗੀ 37। ਉਹਨਾਂ ਨੇ ਫਾਈਲ ਆਪਣੀ ਪੁੱਟ ਅਪ ਕੀਤੀ ਹੋਈ ਹੈ? ਪੁਆਇੰਟਸ ਕੈਲਕੂਲੇਟ ਕੀਤੇ ਸਰ, ਅਰਾਊਂਡ 400 ਪੁਆਇੰਟਸ ਨੇ ਜੀ। ਆਪਾਂ ਟੀਵੀ ਸਕਰੀਨ ਤੇ ਹਾਂਜੀ, ਆਂਸਰ, ਤੁਸੀਂ ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਜੀ ਸਰ। ਤਰਨ ਨਹੀਂ ਆਪਾਂ ਪਹਿਲਾਂ ਗੱਲ ਇਹਨਾਂ ਦੀ ਕੰਪਲੀਟ ਕਰ ਤਰਨ ਬੇਸਿਕਲੀ ਇਹਨਾਂ ਦੀ ਫਾਈਲ ਵਿਦ ਜੌਬ ਆਫਰ ਹੀ ਲੱਗ ਸਕਦੀ ਹੈ, ਬਟ ਜੇ ਐਡਮਿਨਿਸਟ੍ਰੇਟਿਵ ਜੌਬ ਹੋਈ ਤੇ ਐਡਮਿਨਿਸਟ੍ਰੇਟਿਵ ਜੌਬ ਦਾ ਤੇ LMI ਤੁਸੀਂ ਲੈ ਸਕਦੇ ਹੋ। ਬਟ ਜੇ ਇਟ ਆਲ ਡਿਪੈਂਡਸ ਕਿ ਉਹ ਕਿਸ ਕੰਮ, ਪੁਲਿਸ ਡਿਪਾਰਟਮੈਂਟ ਦੇ ਵਿੱਚ, ਕਿਸ ਡਿਪਾਰਟਮੈਂਟ ਦੇ ਵਿੱਚ ਕੀ ਜੌਬ ਕਰ ਰਹੇ ਨੇ, ਐਂਡ ਉਹਦੇ ਉੱਤੇ ਸਾਰੀ ਚੀਜ਼ਾਂ ਡਿਪੈਂਡ ਕਰਨਗੀਆਂ। ਐਂਡ ਬਿਨਾਂ LMI ਇਹਨਾਂ ਦੀ ਐਪਲੀਕੇਸ਼ਨ ਪ੍ਰੋਸੈਸ ਨਹੀਂ ਹੁੰਦੀ ਨਜ਼ਰ ਆ ਰਹੀ ਜੀ। ਬਿਲਕੁਲ, ਤੇ ਅਸੀਂ ਨੈਕਸਟ ਕਾਲਰ ਲੈ ਰਹੇ ਹਾਂ, ਉਸ ਤੋਂ ਬਾਅਦ ਫਿਰ ਅਸੀਂ ਆਉਂਦੇ ਹਾਂ ਆਪਣੇ ਵਾਪਸ ਟੌਪਿਕ ਦੇ ਉੱਤੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਡਮ ਸਰ ਤੋਂ ਪੁੱਛਣਾ ਸੀਗਾ ਜੀ, ਜਿਹੜੇ ਕਹਿੰਦੇ ਸੀਗੇ ਜਿਵੇਂ ਰਿਫਿਊਜੀ PNP ਦੇ ਅਕੋਰਡਿੰਗ ਫਾਈਲ ਲਵਾ ਸਕਦੇ, ਇਹਦੇ ਵਾਸਤੇ ਕੀ ਹੋ ਸਕਦਾ ਹੈ? ਸਰ ਮੈਨੂੰ ਸਮਝ ਨਹੀਂ ਆਇਆ, ਤੁਹਾਨੂੰ ਸਮਝ ਨਹੀਂ। PNP ਦੇ ਅੰਡਰ ਤੇ ਕੋਈ ਨਹੀਂ ਜੀ। ਅਸੀਂ ਨਵਾਂ ਪ੍ਰੋਗਰਾਮ ਦੀ ਡਿਸਕਸ ਕੀਤਾ ਹੈਗਾ ਜਿਹੜਾ ਰਿਫਿਊਜੀਜ਼ ਵਾਸਤੇ, ਹੈਲਥ ਕੇਅਰ ਇੰਡਸਟਰੀ ਦੇ ਜਿਹੜੇ ਰਿਫਿਊਜੀਜ਼ ਹੈਗੇ ਨੇ ਉਹਨਾਂ ਵਾਸਤੇ ਆਇਆ, ਜਿਹੜੇ ਰਿਫਿਊਜੀਜ਼ ਹੈਲਥ ਕੇਅਰ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਨੇ। ਠੀਕ ਹੈ ਜੀ, ਥੈਂਕ ਯੂ ਜੀ। ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਤੇ ਸਰ ਮੈਂ ਪੁੱਛਣਾ ਚਾਹੁੰਦੀ ਸੀ, ਜਿਨ੍ਹਾਂ ਦੀ ਜਿਵੇਂ PSW ਦੀ ਵਰਕਰਸ ਦੀ ਅਸੀਂ ਗੱਲ ਕਰੀਏ, ਕੋਈ ਪੈਂਡੈਮਿਕ ਕਰਕੇ ਕਿਸੇ ਦੀ ਜੌਬ ਜਾਂਦੀ ਹੈ, ਜਿਹੜਾ ਐਕਸਪੀਰੀਅੰਸ ਆ ਉਹ ਮੈਟਰ ਕਰੇਗਾ ਫਿਰ? ਤਰਨ ਬੇਸਿਕਲੀ ਹੈਲਥ ਕੇਅਰ ਇਹੋ ਜਿਹੀ ਇੰਡਸਟਰੀ ਹੈਗੀ ਜਿਹਦੇ ਵਿੱਚ ਪੈਂਡੇਮਿਕ ਦੀ ਜੌਬਸ ਕ੍ਰੀਏਟ ਹੋਈਆਂ, ਗਈਆਂ ਨਹੀਂ ਹੈਗੀਆਂ ਕੋਈ। ਸੋ ਯੈਸ, ਇਹਦੇ ਵਾਸਤੇ PNP ਪ੍ਰੋਗਰਾਮਸ ਵੀ ਉਲੀਕੇ ਗਏ ਨੇ, ਉਹ ਵੀ ਐਗਜ਼ਿਸਟ ਕਰ ਰਹੇ ਨੇ। ਐਂਡ ਆਈ ਥਿੰਕ ਇਸ ਟਾਈਮ ਤੇ ਪ੍ਰੋਗਰਾਮਸ PNP ਓਨਟਾਰੀਓ ਦੀ ਗੱਲ ਕਰੀਏ ਤੇ ਇਹ ਪ੍ਰੋਗਰਾਮਸ ਬੰਦ ਹੈਗੇ ਨੇ ਟੈਂਪਰੇਰੀਲੀ ਫॉर ਦਿਸ ਈਅਰ, ਫॉर ਅਨਦਰ ਫਿਊ ਵੀਕਸ। ਸੋ ਜਨਵਰੀ ਦੇ ਵਿੱਚ ਦੁਬਾਰਾ ਪ੍ਰੋਗਰਾਮਸ ਖੁੱਲ ਜਾਣਗੇ। ਐਂਡ ਹੈਲਥ ਕੇਅਰ ਇੱਕ ਇਹੋ ਜਿਹੀ ਇੰਡਸਟਰੀ ਹੈਗੀ ਹੈ, ਜੇ ਤੁਸੀਂ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਕੰਮ ਕਰ ਰਹੇ ਹੋ, ਰਿਟਾਇਰਮੈਂਟ ਹੋਮਸ ਦੇ ਵਿੱਚ ਕੰਮ ਕਰ ਰਹੇ ਹੋ, ਪ੍ਰਾਈਵੇਟ ਇੰਸਟੀਟਿਊਟਸ ਦੇ ਵਿੱਚ ਕੰਮ ਕਰ ਰਹੇ ਹੋ, ਤੇ ਤੁਹਾਡੇ ਵਾਸਤੇ PNP ਦੀ ਆਪਸ਼ਨਸ ਬਹੁਤ ਹੀ ਫਸਟ ਕਲਾਸ ਹੈਗੀ ਹੈ। ਬਿਲਕੁਲ ਸਰ। ਤੇ ਜਿਵੇਂ ਹੁਣ ਥੋੜੀ ਜਿਹੀ ਮੈਂ ਨੈਨੀ ਪ੍ਰੋਗਰਾਮ ਦੀ ਵੀ ਗੱਲ ਕਰੂੰ, ਕਿਉਂਕਿ ਸਾਨੂੰ ਮਾਰਨਿੰਗ ਤੋਂ ਇਹਦੇ ਬਾਰੇ ਵੀ ਕਾਲਸ ਆ ਰਹੀਆਂ ਸੀਗੀਆਂ, ਇਹਦੇ ਫਾਈਲ ਦੇ ਬਾਰੇ ਗੱਲ ਕਰਾਂਗੇ। ਪਹਿਲਾਂ ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ, ਅਸੀਂ ਮਾਫੀ ਚਾਹਾਂਗੇ ਜੀ, ਫੋਨ ਡਿਸਕਨੈਕਟ ਹੋ ਗਿਆ। ਸਰ ਨੈਨੀ ਪ੍ਰੋਗਰਾਮ ਦੇ ਬਾਰੇ ਵਿੱਚ ਕਾਫੀ ਇਨਕੁਆਇਰੀਜ਼ ਆ ਰਹੀਆਂ ਨੇ, ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਇਸ ਵਕਤ ਜਿਨ੍ਹਾਂ ਦੇ ਪੁਆਇੰਟਸ ਨਹੀਂ ਬਣ ਪਾ ਰਹੇ ਹੈਗੇ, ਕੀ ਉਹ ਇਸ ਬੇਸ ਦੇ ਉੱਤੇ ਕੋਈ ਵਰਕ ਪਰਮਿਟ ਵਗੈਰਾ ਲੈ ਸਕਦੇ ਨੇ ਜਾਂ ਕੋਈ EMPLOYER ਲੱਭ ਕੇ ਆਪਦਾ ਪ੍ਰੋਸੈਸ ਲਗਾ ਸਕਦੇ ਨੇ? ਗੱਲ ਕਰਾਂਗੇ ਜੀ। ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਤਰਨ ਜੀ। ਮੈਂ ਬ੍ਰਹਮਪੁਰ ਤੋਂ ਬੋਲਦਾ, ਜਰਵੰਤ ਸੂਦ ਜੀ। ਸਰ ਦੱਸੋ ਜੀ, ਕੀ ਪੁੱਛਣਾ ਚਾਹੁੰਦੇ ਹੋ? ਮੈਂ ਪੁੱਛਣਾ ਚਾਹੁੰਦਾ ਹਾਂ ਕਿ ਜਿਹੜੀਆਂ ਇਹਨਾਂ ਨੇ ਪਿੱਛੇ ਐਪਲੀਕੇਸ਼ਨ ਲਈਆਂ ਸੀ ਫਾਦਰ ਤੇ ਗ੍ਰੈਂਡਫਾਦਰ ਦੀਆਂ ਡਰਾ ਵਾਸਤੇ, ਉਹ ਡਰਾ ਕਦੋਂ ਕੋ ਕੱਢ ਰਿਹਾ ਹੈ ਜੀ? ਸਰ ਆਪਾਂ ਟੀਵੀ ਸਕਰੀਨ ਤੇ ਆਂਸਰ ਦੇ, ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ ਜੀ। ਸਰ ਬੀ ਪੇਸ਼ੈਂਟ ਇਹੀ ਕਹੂੰਗਾ ਜੀ, ਐਂਡ ਹੋਪਫੁਲੀ ਸੂਨ ਡਰਾ ਆਏਗਾ ਜੀ, ਐਂਡ ਜਸਟ ਬੀ ਪੇਸ਼ੈਂਟ ਟਿਲ ਦੈਨ। ਬਿਲਕੁਲ, ਆਲਮੋਸਟ ਜਿੰਨੇ ਵੀ ਹੁੰਦੇ ਆ ਕਿ ਫਾਈਲ ਦਾ ਕਦੋਂ ਪਤਾ ਲੱਗੇਗਾ ਜਾਂ ਕਦੋਂ ਨੰਬਰਸ ਆਉਣਗੇ, ਕਿਉਂਕਿ ਪੈਂਡੈਮਿਕ ਕਰਕੇ ਥੋੜਾ ਜਿਹਾ ਸਲੋ ਪ੍ਰੋਸੈਸ 100% ਪੈਂਡੈਮਿਕ ਨੇ ਕਾਫੀ ਚੀਜ਼ਾਂ ਨੂੰ ਇੰਪੈਕਟ ਕੀਤਾ, ਐਂਡ ਹਰ ਆਫਿਸ ਹਰ ਡਿਪਾਰਟਮੈਂਟ ਇੰਪੈਕਟ ਹੋਇਆ। ਸੋ ਇੰਪੈਕਟ ਜਿਹੜਾ ਹੈਗਾ ਆ ਸਲੋਲੀ ਐਂਡ ਗ੍ਰੈਜੂਅਲੀ, ਹੁਣ ਤਾਂ ਵੈਕਸੀਨਸ ਪੋਜ਼ਿਟਿਵ ਨਿਊਜ਼ ਵੀ ਆਣੀ ਸ਼ੁਰੂ ਹੋ ਗਈਆਂ। ਹੋਪਫੁਲੀ ਵੀ ਵਿਲ ਸੀ ਸਮ ਡਿਵੈਲਪਮੈਂਟਸ ਵੈਰੀ ਸੂਨ, ਬਟ ਟਿਲ ਦੈਨ ਬੀ ਪੇਸ਼ੈਂਟ ਜੀ। ਜੀ ਮੈਂ ਗੱਲ ਕਰ ਰਹੀ ਸੀ ਨੈਨੀ ਜਾਂ ਫਿਰ ਇਸ ਕੇਅਰ ਗਿਵਰ ਪ੍ਰੋਗਰਾਮ ਦੀ, ਕਿ ਸਟੂਡੈਂਟਸ ਲਈ, ਇੰਟਰਨੈਸ਼ਨਲ ਸਟੂਡੈਂਟਸ ਲਈ ਇਹ ਕੋਈ ਵਧੀਆ ਆਪਸ਼ਨ ਹੋ ਸਕਦੀ ਹੈ? ਬਹੁਤ ਅੱਛੀ ਆਪਸ਼ਨ ਹੋ ਸਕਦੀ ਹੈ ਤਰਨ, ਬਿਕੋਜ਼ ਜੇ ਇੱਥੇ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਇਹੋ ਜਿਹੇ ਹੈਗੇ ਨੇ ਜਿਹੜੇ ਕੋਲ ਬੈਕ ਹੋਮ ਨਰਸਿੰਗ ਬੈਕਗਰਾਊਂਡ ਤੋਂ ਹੈਗੇ ਨੇ, GNM ਕੀਤੀਆਂ ਹੋਈਆਂ, BSc ਨਰਸਿੰਗ ਕੀਤੀਆਂ ਹੋਈਆਂ, ਐਕਸਪੀਰੀਅੰਸ ਵੀ ਹੈਗਾ ਆ। ਇੱਥੇ ਆ ਕੇ ਉਹਨਾਂ ਨੇ ਆਪਣਾ ਜਿਹੜੀ ਪੜ੍ਹਾਈ ਕੀਤੀ ਉਹ ਵੀ ਨਰਸਿੰਗ ਬੈਕਗਰਾਊਂਡ, ਹੈਲਥ ਕੇਅਰ ਬੈਕਗਰਾਊਂਡ ਦੀ ਸੀਗੀ, ਤੇ ਜੌਬਸ ਵੀ ਉਹਨਾਂ ਨੂੰ ਐਸੇ ਫੀਲਡ ਦੇ ਵਿੱਚ ਮਿਲ ਗਈਆਂ, ਲੌਂਗ ਟਰਮ ਕੇਅਰ ਹੋਮਸ ਵਗੈਰਾ ਦੇ ਵਿੱਚ ਜੌਬ ਹੈਗੀਆਂ, ਤੇ ਤੁਸੀਂ ਆਰਾਮ ਦੇ ਨਾਲ PR ਵਾਸਤੇ ਕੁਆਲੀਫਾਈ ਕਰ ਸਕਦੇ ਹੋ। ਬਿਕੋਜ਼ ਅੱਜ ਦੀ ਤਰੀਕ ਦੇ ਵਿੱਚ ਜੇ LMIA ਦੀ ਤੁਹਾਡਾ EMPLOYER ਹੈਲਪ ਕਰਦਾ ਤੇ that is amazing as well. Otherwise PNP ਦੀ ਵੀ ਆਪਸ਼ਨਸ ਜਿਹੜੀਆਂ ਹੈਗੀਆਂ ਹੈਲਥ ਕੇਅਰ ਵਰਕਰਸ ਵਾਸਤੇ ਐਗਜ਼ਿਸਟ ਕਰਦੀਆਂ ਹੈਗੀਆਂ। ਸੋ ਆਪਸ਼ਨਸ ਬਹੁਤ ਅੱਛੀਆਂ। ਅਸੀਂ 1-on-1 ਕੇਸ ਡਿਸਕਸ ਕਰ ਸਕਦੇ ਹਾਂ, ਕਿਸੇ ਦਾ ਵੀ ਕੋਈ ਇਸ ਕੈਟੇਗਰੀ ਦੇ ਵਿੱਚ ਫਾਲ ਕਰਦੇ ਨੇ। ਹਾਂ, ਜਿਹੜੇ ਕੇਅਰ ਗਿਵਰ ਆਏ ਹੋਏ ਨੇ ਤਰਨ, ਪਹਿਲੇ ਜਿਹੜੇ ਆਏ ਹੋਏ ਸੀਗੇ ਉਹ LMIA ਦੇ ਨਾਲ ਥਰੂ ਆਏ ਹੋਏ ਸੀਗੇ। ਜਿਸ ਤਰ੍ਹਾਂ ਇੱਕ ਭੈਣ ਜੀ ਨੇ ਕਾਲ ਕੀਤਾ ਕਿ ਉਹਨਾਂ ਦੀ ਸਿਸਟਰ ਸ਼ੀ ਕੇਮ ਹੇਅਰ ਔਨ LMIA। ਸੋ ਜਿੰਨੇ ਵੀ ਕੇਅਰ ਗਿਵਰਸ ਹੈਗੇ ਨੇ ਇਸ ਟਾਈਮ ਕੈਨੇਡਾ ਦੇ ਕੰਮ ਕਰ ਰਹੇ ਨੇ, ਪੁਰਾਣੇ ਸਿਸਟਮ ਦੇ ਵਿੱਚ ਆਏ ਹੋਏ ਨੇ ਐਂਡ PR ਦੇ ਵਿੱਚ ਇੰਟਰਸਟਿਡ ਹੈਗੇ ਨੇ। ਬਿਕੋਜ਼ ਕੋਈ ਵੀ ਵਰਕ ਪਰਮਿਟ ਤੇ ਇੱਥੇ ਤਾਂ ਹੀ ਆਉਂਦਾ ਹੈਗਾ ਜਿਹੜੇ PR ਵਾਸਤੇ ਇੰਟਰਸਟਿਡ ਹੋ ਗਏ। ਸ਼ਾਇਦ ਹੀ ਕੋਈ 0.001% ਕੋਈ ਇਹੋ ਜਿਹਾ ਕੈਂਡੀਡੇਟ
ਕੈਂਡੀਡੇਟ ਹੋਏਗਾ ਜਿਹੜਾ ਸਿਰਫ ਕੰਮ ਕਰਨ ਵਾਸਤੇ ਆਇਆ, ਉਸ ਤੋਂ ਬਾਅਦ ਬਾਹਰ ਜਾਣ ਵਾਸਤੇ ਤਿਆਰ ਹੈਗਾ, ਵਾਪਸ ਜਾਣ ਵਾਸਤੇ ਤਿਆਰ ਹੈ। ਤਾਂ ਜੇ ਤੁਸੀਂ ਕੇਅਰ ਗਿਵਰ ਦੇ ਤੌਰ ਤੇ ਆਏ ਹੋਏ ਹੋ, ਕੈਨੇਡਾ ਦੇ ਵਿੱਚ ਕੰਮ ਕਰ ਰਹੇ ਹੋ, ਸਾਲ 1 ਸਾਲ 2 ਸਾਲ ਹੋ ਗਏ ਨੇ ਜਾਂ 4 ਸਾਲ ਹੋ ਗਏ ਨੇ, ਹਾਲੇ ਵੀ ਪੋਲ ਸਿਸਟਮ ਦੇ ਵਿੱਚ ਤੁਸੀਂ ਕੁਆਲੀਫਾਈ ਨਹੀਂ ਕੀਤੇ, ਤੇ ਦਿਸ ਯੂ ਹੈਵ ਟੂ ਗੈਟ ਇਨਟੂ ਦਾ ਨਿਊ ਸਿਸਟਮ। ਉਹਦੇ ਵਾਸਤੇ ਇਨਫੋਰਮੇਸ਼ਨ ਲੈਣ ਵਾਸਤੇ, ਆਪਣਾ ਇੰਡੀਵਿਜੂਅਲ ਕੇਸ ਡਿਸਕਸ ਕਰਨ ਵਾਸਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਜਾਂ ਜਿਹੜੇ ਕੰਸਲਟੈਂਟ ਲਾਇਰ ਦੇ ਥਰੂ ਆਏ ਸੀਗੇ ਉਹਨਾਂ ਨਾਲ ਆਪਣਾ ਕੇਸ ਡਿਸਕਸ ਕਰੋ ਐਂਡ ਡਿਸਕਸ ਕਿ ਤੁਹਾਡੀ ਐਪਲੀਕੇਸ਼ਨ ਨਵੀਂ ਸਟਰੀਮ ਦੇ ਵਿੱਚ ਕਿਸ ਤਰ੍ਹਾਂ ਪੈ ਸਕਦੀ ਹੈ। ਜਿਹੜੀ ਨਵੀਂ ਸਟਰੀਮ ਹੈਗੀ ਹੈ ਤਰਨ, ਉਹਦੇ ਵਿੱਚ ਪਾਇਲਟ ਪ੍ਰੋਜੈਕਟ ਹੈ ਬੇਸਿਕਲੀ। ਸੋ 2750 ਐਪਲੀਕੇਸ਼ਨਸ ਦੋਨਾਂ ਸਟਰੀਮਸ ਦੇ ਵਿੱਚ ਜਾਂਦੀਆਂ ਹੈਗੀਆਂ। ਸੋ ਤਕਰੀਬਨ 5500 ਐਪਲੀਕੇਸ਼ਨਸ ਹਰ ਸਾਲ ਹੈਗੀਆਂ, ਐਂਡ ਇੱਕੋ ਹੀ ਇਹਦੇ ਵਿੱਚ ਹੈਗਾ ਕਿ ਇਹਦਾ ਪ੍ਰੋਸੈਸਿੰਗ ਟਾਈਮ ਥੋੜਾ ਜ਼ਿਆਦਾ ਹੈਗਾ। 1 ਸਾਲ ਤੋਂ ਜ਼ਿਆਦਾ ਹੋ ਗਿਆ ਜਿਹੜਾ ਜਦੋਂ ਫਾਈਲ ਤੁਸੀਂ ਪੁੱਟ ਅਪ ਕਰਦੇ ਹੋ ਤੇ 1 ਸਾਲ ਵੇਟ ਕਰਨਾ ਪੈਂਦਾ ਹੈਗਾ। ਸੋ ਨੋਬਡੀ ਕੈਨ ਅਵੋਇਡ ਦੈਟ, ਉਹ ਉਸੇ ਤਰ੍ਹਾਂ ਹੀ ਲੱਗਣਾ ਹੈਗਾ। ਬਟ ਪੁੱਟ ਇਨ ਯੂਰ ਫਾਈਲ, ਜੇ ਫਾਈਲ ਲਗਾਓਗੇ ਨਹੀਂ ਤੇ ਤੁਸੀਂ ਪਿਕ ਕਿਸ ਤਰ੍ਹਾਂ ਹੋਗੇ। ਸੋ ਸੋਚੋ ਨਹੀਂ, ਪੁੱਟ ਅਪ ਯੂਰ ਫਾਈਲ, ਆਪਣੀ ਆਪਸ਼ਨਸ ਡਿਸਕਸ ਕਰੋ ਕਿ ਕਿਹੜੇ ਵਾਸਤੇ। ਐਂਡ ਉਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਪਾਊਸ, ਤੁਹਾਡੇ ਬੱਚੇ ਵੀ ਡਿਪੈਂਡੈਂਟ ਵੀਜ਼ਾਸ ਤੇ ਲੈਂਡ ਕਰ ਸਕਦੇ ਨੇ। ਤੁਸੀਂ ਆਪਣਾ ਰਾਈਟ ਅਵੇ ਉਸ PR ਦਾ ਪ੍ਰੋਸੈਸ ਉਸ ਦੇ ਵਿੱਚ ਤੁਸੀਂ ਜਾ ਸਕਦੇ ਹੋ। ਸੋ ਇਨਫੋਰਮੇਸ਼ਨ ਲੈਣ ਵਾਸਤੇ ਆਈਦਰ ਰੀਚ ਆਊਟ ਟੂ ਯੂਰ ਕੰਸਲਟੈਂਟ ਲਾਇਰ ਔਰ ਯੂ ਕੈਨ ਗਿਵ ਅਸ ਅ ਕਾਲ ਐਟ 9054612424 ਐਂਡ 1-on-1 ਅਸੀਂ ਡਿਸਕਸ ਕਰ ਸਕਦੇ ਹਾਂ। ਐਂਡ ਤਰਨ ਇੱਥੇ ਮੈਂ ਜ਼ਰੂਰ ਇੱਕ ਚੀਜ਼ ਐਡ ਕਰਨਾ ਚਾਹੂੰਗਾ, ਬਹੁਤ ਸਾਰੇ ਸਾਡੇ ਕੋਲ ਕਾਲਸ ਆਉਂਦੀਆਂ ਹੈਗੀਆਂ, ਬਹੁਤ ਸਾਰੀ ਈਮੇਲਸ ਆਉਂਦੀਆਂ ਹੈਗੀਆਂ, ਐਂਡ 1 2 3 ਜਾਂ 5 ਸਵਾਲ ਤੇ ਅਸੀਂ ਆਨਸਰ ਕਰ ਸਕਦੇ ਹਾਂ। ਬਟ ਜੇ ਤੁਸੀਂ ਕਹੋ ਕਿ ਅਸੀਂ ਡਿਟੇਲ ਦੇ ਵਿੱਚ ਡੈਪਥ ਦੇ ਵਿੱਚ ਜਾ ਕੇ ਤੁਹਾਡੀ ਕੰਸਲਟੇਸ਼ਨ ਦਈਏ ਤੇ ਉਹਦੇ ਵਾਸਤੇ ਇਟਸ ਬੈਟਰ ਯੂ ਗੈਟ ਅ ਪੇਡ ਕੰਸਲਟੇਸ਼ਨ ਵਿਦ ਅਸ। ਉਹਦੇ ਇੱਕ ਥੋੜੇ ਚਾਰजेस ਜ਼ਰੂਰ ਹੈਗੇ ਨੇ, ਬਟ ਵੀ ਗੋ ਇਨਟੂ ਦਾ ਡੈਪਥ ਐਂਡ ਵੀ ਗੈਦਰ ਆਲ ਦਾ ਇਨਫੋਰਮੇਸ਼ਨ ਫਰਮ ਯੂ, ਐਂਡ ਉਸ ਤੋਂ ਬਾਅਦ ਤੁਹਾਡੀਆਂ ਸਾਰੀਆਂ ਆਪਸ਼ਨਸ ਅਸੀਂ ਤੁਹਾਡੇ ਨਾਲ ਡਿਸਕਸ ਕਰ ਸਕਦੇ ਹਾਂ। ਸੋ ਦੈਟ ਵੇ ਯੂ ਨੋ ਤੁਸੀਂ ਆਪਣੇ ਟਾਈਮ ਦੀ ਵੀ ਵੈਲਿਊ ਰੱਖੀ, ਸਾਡੇ ਟਾਈਮ ਦੀ ਵੀ ਵੈਲਿਊ ਰੱਖੀ, ਐਂਡ ਇਵੈਂਚੁਅਲੀ ਜਦੋਂ ਤੁਸੀਂ ਸਾਡੀ ਸਰਵਿਸਿਜ਼ ਲੈਂਦੇ ਹੋ ਤੇ ਆ ਜਿਹੜੀ ਕੰਸਲਟੇਸ਼ਨ ਪੇ ਕੀਤੀ ਹੈ ਇਹ ਤੁਹਾਡੀ ਅਸੀਂ ਉਧਰ ਐਡਜਸਟ ਕਰਦੇ ਹਾਂ ਆਪਣੇ ਫੀਸ ਦੇ ਵਿੱਚ। ਸੋ ਇਟ ਇਜ਼ ਅ ਵਿਨ-ਵਿਨ ਸਿਚੁਏਸ਼ਨ ਫॉर ਬੋਥ ਆਫ ਅਸ। ਬਿਲਕੁਲ ਜੀ, ਇੱਕ ਦਰਸ਼ਕ ਹੋਰ ਜੁੜ ਗਏ ਨੇ ਸਾਡੇ ਨਾਲ। ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਮ ਬੈਰੀ ਤੋਂ ਬੋਲ ਰਹੇ ਜੀ ਸਰ, ਦੱਸੋ ਕੀ ਸਵਾਲ ਹੈ? ਮੈਮ ਸਾਡੀ ਸਤੰਬਰ ਦੀ PR ਫਾਈਲ ਲੱਗੀ ਆ ਤੇ ਉਹਦਾ ਅਜੇ ਨੰਬਰ ਨਹੀਂ ਆਇਆ ਤੇ ਸਾਡਾ ਫਰਵਰੀ ਦੇ ਵਿੱਚ ਵਰਕ ਪਰਮਿਟ ਵੀ ਐਕਸਪਾਇਰ ਹੋ ਰਿਹਾ ਜੀ। ਕਿੰਨਾ ਕੁ ਟਾਈਮ ਲੱਗਦਾ ਜੀ? ਜੀ ਆਪਾਂ ਸਰ ਕਿਸ ਸਟਰੀਮ ਦੇ ਵਿੱਚ ਤੁਹਾਡੀ ਫਾਈਲ ਲੱਗੀ ਹੋਈ ਹੈ? ਐਕਸਪ੍ਰੈਸ ਐਂਟਰੀ ਦੇ ਵਿੱਚ, CEC ਦੇ ਵਿੱਚ ਗਈ ਸੀ? ਨਹੀਂ ਜੀ, ਫੈਡਰਲ 'ਚ ਲੱਗੀ ਆ ਜੀ, ਫਾਰਮਰ ਵਰਕਰ ਹੈ। ਫਾਰਮ ਵਰਕਰ ਹੈਗੇ ਹੋ, ਓਕੇ। ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ? ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ, ਕਾਲ ਕਰਨ ਲਈ ਸ਼ੁਕਰੀਆ ਜੀ ਸਰ। ਤਰਨ, ਜਿੰਨੇ ਵੀ ਫਾਰਮ ਵਰਕਰ ਇਸ ਟਾਈਮ ਕੈਨੇਡਾ ਦੇ ਵਿੱਚ ਮੌਜੂਦ ਹੈਗੇ ਨੇ ਉਹਨਾਂ ਵਾਸਤੇ ਬਹੁਤ ਅਮੇਜ਼ਿੰਗ ਓਪਰਚੁਨਿਟੀਜ਼ ਐਗਜ਼ਿਸਟ ਕਰ ਰਹੀਆਂ। PNP ਓਨਟਾਰੀਓ ਦੀ ਤਾਂ ਸੀਗੀ, ਉਹਦੇ ਨਾਲ ਹੁਣ ਐਗਰੋ ਪਾਇਲਟ ਪ੍ਰੋਜੈਕਟ ਜਿਹੜਾ ਚੱਲ ਰਿਹਾ ਇਹਦੇ ਵਿੱਚ ਵੀ ਬੜੀ ਅੱਛੀਆਂ ਆਪਸ਼ਨਸ ਐਗਜ਼ਿਸਟ ਕਰ ਰਹੀਆਂ। ਯੈਸ, ਟਾਈਮ ਜ਼ਰੂਰ ਲੱਗੇਗਾ ਜੀ, ਐਂਡ ਹੋਪਫੁਲੀ ਫੈਬਰੂਰੀ ਤੱਕ ਜੇ ਤੁਹਾਡੀ ਫਾਈਲ ਚਲੀ ਗਈ ਹੈ, ਸਬਮਿਟ ਹੋ ਚੁੱਕੀ ਹੈ, ਤੇ ਯੂ ਵਿਲ ਡੈਫੀਨੇਟਲੀ ਬੀ ਐਲੀਜੀਬਲ ਫॉर ਬ੍ਰਿਜਿੰਗ ਐਜ਼ ਵੈਲ ਐਟ ਦੈਟ ਪੁਆਇੰਟ ਆਫ ਟਾਈਮ ਜਦੋਂ ਤੁਹਾਡਾ ਫਾਈਲ ਨੰਬਰ ਆਉਂਦਾ ਹੈਗਾ। ਸੋ ਤੁਹਾਨੂੰ ਐਕਸਟੈਂਸ਼ਨਸ ਵੀ ਮਿਲ ਜਾਣਗੀਆਂ। ਸੋ ਇਨਫੋਰਮੇਸ਼ਨ ਲੈਣ ਵਾਸਤੇ ਆਪਣੀ ਐਕਸਟੈਂਸ਼ਨ ਕਿਸ ਤਰ੍ਹਾਂ ਤੁਹਾਡੀ ਹੋ ਸਕਦੀ ਹੈ ਉਹਦੇ ਵਾਸਤੇ ਸਾਡੇ ਦਫ਼ਤਰ ਨੂੰ ਕੰਟੈਕਟ ਕਰ ਸਕਦੇ ਹੋ। ਐਂਡ ਜਿੰਨੇ ਵੀ ਫਾਰਮ ਵਰਕਰ ਸਾਨੂੰ ਸੁਣ ਰਹੇ, ਤੁਸੀਂ BC ਦੇ ਵਿੱਚ ਹੈਗੇ ਹੋ, ਨੋਵਾ ਸਕੋਸ਼ੀਆ ਦੇ ਵਿੱਚ ਹੈਗੇ ਹੋ, ਨਿਊ ਬ੍ਰੰਜ਼ਵਿਕ ਦੇ ਵੀ ਹੈਗੇ ਹੋ, ਓਨਟਾਰੀਓ ਦੇ ਵਿੱਚ ਹੈਗੇ ਹੋ, ਕਿਤੇ ਵੀ ਤੁਸੀਂ ਕੰਮ ਕਰ ਰਹੇ ਹੋ, 1 ਸਾਲ ਹੋ ਗਿਆ, ਤੁਹਾਡਾ EMPLOYER ਸਪੋਰਟ ਕਰਦਾ, ਤੁਹਾਡੇ ਕੋਲ ਪੇ ਸਲਿਪਸ ਹੈਗੀਆਂ ਤੁਹਾਡੇ ਕੰਮ ਕੀਤੇ ਦੀਆਂ, ਤੁਹਾਡੇ ਕੋਲ ਐਕਸਪੀਰੀਅੰਸ ਲੈਟਰਸ ਹੈਗੀਆਂ, ਤੇ ਪੁੱਟ ਇਨ ਯੂਰ ਐਪਲੀਕੇਸ਼ਨ। ਵੇਟ ਨਾ ਕਰੋ, ਬਿਕੋਜ਼ ਇਹ ਵੀ ਪਾਇਲਟ ਪ੍ਰੋਜੈਕਟ ਹੈਗਾ ਆ, ਐਂਡ ਜੇ ਤੁਸੀਂ ਓਪਰਚੁਨਿਟੀ ਨਾ ਕਦੀ ਨੌਕ ਕਰਦੀ ਹੈਗੀ ਹੈ, ਐਂਡ ਜਦੋਂ ਤੁਸੀਂ ਗ੍ਰੈਬ ਕਰ ਲਓ ਦੈਟ ਇਜ਼ ਦਾ ਟਾਈਮ। ਜੇ ਤੁਸੀਂ ਜਾਣ ਦਿੱਤੀ ਤੇ ਓਪਰਚੁਨਿਟੀ ਤੁਹਾਡੇ ਵਾਸਤੇ ਨਹੀਂ ਸੀ, ਉਹ ਕਿਸੇ ਹੋਰ ਵਾਸਤੇ ਸੀਗੀ। ਸੋ ਆਪਣੀ ਓਪਰਚੁਨਿਟੀ ਜਿਹੜੀ ਸਾਹਮਣੇ ਪਲੇਟ ਦੇ ਵਿੱਚ ਚੀਜ਼ਾਂ ਪਈਆਂ ਹੈਗੀਆਂ ਉਹ ਗ੍ਰੈਬ ਕਰੋ, ਉਹਨੂੰ ਜਾਣ ਨਾ ਦਿਓ। ਬਿਲਕੁਲ ਜੀ। ਤੇ ਸਰ ਹੁਣ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਜਿਹੜੇ ਦਰਸ਼ਕ ਵੇਖ ਰਹੇ ਨੇ ਕੀ ਕਹਿਣਾ ਚਾਹੋਗੇ? ਤਰ੍ਹਾਂ ਜੀ ਇੱਕੋ ਹੀ ਕਹਿਣਾ ਚਾਹੂੰਗਾ ਜੀ, ਇਮੀਗ੍ਰੇਸ਼ਨ ਦੀ ਕੋਈ ਵੀ ਐਡਵਾਈਸ ਲੈਣਾ ਚਾਹੁੰਦੇ ਹੋ, ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੈਗੇ ਹੋ, ਜੌਬ ਨਹੀਂ ਮਿਲ ਪਾ ਰਹੀ ਜਾਂ ਜੌਬ ਲੂਜ਼ ਕਰ ਗਏ ਹੋ, ਹਾਲੇ ਸਾਲ ਘੱਟੋ ਘੱਟ ਜੇ ਤੁਹਾਡੇ ਕੋਲ ਬਾਕੀ ਹੈਗਾ ਵਰਕ ਪਰਮਿਟ ਦੇ ਵਿੱਚ, ਤੇ we would be able to assist you and help you। ਸਾਡੇ ਕੋਲ ਹਾਲੇ ਵੀ PNP ਦੇ ਵਿੱਚ, AIPP ਦੇ ਵਿੱਚ, ਅਟਲਾਂਟਿਕ ਪ੍ਰੋਵਿੰਸਸ ਦੇ ਵਿੱਚ ਓਪਰਚੁਨਿਟੀਜ਼ ਹੈਗੀਆਂ, ਐਂਡ ਹਸਪਿਟੈਲਿਟੀ ਸੈਕਟਰ ਦੀਆਂ ਓਪਨਿੰਗਸ ਹੈਗੀਆਂ ਸਾਡੇ ਕੋਲ। ਉੱਥੇ ਜਾ ਕੇ ਤੁਸੀਂ ਇੰਟਰਵਿਊ ਤੁਹਾਡੀ ਹੋਏਗੀ, ਜਾ ਕੇ ਕੰਮ ਕਰੋ, ਜੇ EMPLOYER ਤੁਹਾਨੂੰ ਸਿਲੈਕਟ ਕਰਦਾ ਆ 1 ਸਾਲ ਬਾਅਦ ਤੁਸੀਂ PR ਵਾਸਤੇ ਕੁਆਲੀਫਾਈ ਕਰ ਜਾਓਗੇ। ਐਂਡ ਜੇ ਤੁਹਾਡੀ ਐਜੂਕੇਸ਼ਨ ਹੀ ਹਸਪਿਟੈਲਿਟੀ ਸੈਕਟਰ ਦੀ ਹੈਗੀ ਹੈ ਕੈਨੇਡਾ ਦੇ ਵਿੱਚ, ਤੇ ਤਾਂ ਤੁਸੀਂ 6 ਮਹੀਨੇ ਬਾਅਦ ਵੀ ਕੁਆਲੀਫਾਈ ਕਰ ਸਕਦੇ ਹੋ। ਸੋ ਐਂਡ ਇਮੀਗ੍ਰੇਸ਼ਨ ਦੀ ਕੋਈ ਵੀ ਐਡਵਾਈਸ ਲੈਣਾ ਚਾਹੁੰਦੇ ਹੋ, ਤੁਸੀਂ ਫਾਰਮ ਵਰਕਰ ਹੈਗੇ ਹੋ, ਇੱਥੇ ਕੰਮ ਕਰ ਰਹੇ ਹੋ, ਸਾਹਮਣੇ ਥਾਲੀ ਦੇ ਵਿੱਚ ਤੁਹਾਡੇ ਖਾਣਾ ਪਿਆ ਆ, ਉਹਨੂੰ ਜਾਣ ਨਾ ਦਿਆ ਜੇ, ਬਿਕੋਜ਼
ਜੇ ਤੁਸੀਂ ਨਹੀਂ ਲੋਗੇ ਬਿਕੋਜ਼ ਅ ਲਿਮਿਟਡ ਨੰਬਰ ਆਫ ਐਪਲੀਕੇਸ਼ਨਸ ਐਕਸੈਪਟ ਹੋਣੀਆਂ, ਜੇ ਤੁਸੀਂ ਨਹੀਂ ਲੋਗੇ ਕੋਈ ਨਾ ਕੋਈ ਹੋਰ ਤਾਂ ਉਹ ਥਾਲੀ ਚੱਕ ਹੀ ਲਏਗਾ। ਸੋ ਗ੍ਰੈਬ ਦਿਸ ਓਪਰਚੁਨਿਟੀਜ਼। ਇਸੇ ਤਰ੍ਹਾਂ ਜੇ ਨੈਨੀ ਦੇ ਉੱਤੇ ਵੀਜ਼ੇ ਦੇ ਉੱਤੇ ਹੈਗੇ ਹੋ, PR ਤੁਹਾਡੀ ਕਿਸ ਤਰ੍ਹਾਂ ਹੋਏਗੀ ਜੇ LMI ਓਲਡ ਸਿਸਟਮ ਦੇ ਵਿੱਚ ਆਏ ਹੋ, ਤਾਂ ਉਹਦੇ ਵਾਸਤੇ ਸਾਨੂੰ ਗਿਵ ਅਸ ਅ ਕਾਲ। ਇਮੀਗ੍ਰੇਸ਼ਨ ਦੀ ਕੋਈ ਵੀ ਐਡਵਾਈਸ ਲੈਣਾ ਚਾਹੁੰਦੇ ਹੋ ਫॉर ਅ ਸਟ੍ਰੇਟ ਫਾਰਵਰਡ ਐਡਵਾਈਸ ਕਾਲ ਅਸ ਐਟ 9054612424 ਐਂਡ ਜੇ ਤੁਸੀਂ 8-10 ਸਵਾਲ ਪੁੱਛਣੇ ਆ ਇਟ ਇਜ਼ ਬੈਟਰ ਯੂ ਗੈਟ ਅ ਪੇਡ ਕੰਸਲਟੇਸ਼ਨ ਵਿਦ। ਬਿਲਕੁਲ ਜੀ, ਤੇ ਆਪਣੇ ਦਰਸ਼ਕਾਂ ਨੂੰ ਇਹ ਵੀ ਜ਼ਰੂਰ ਦੱਸ ਦਈਏ ਕਿ ਜਿਹੜੇ ਅਸੀਂ ਇੱਥੇ ਸਵਾਲਾਂ ਦੇ ਜਵਾਬ ਦਿੰਦੇ ਆ, ਤੁਹਾਨੂੰ ਕੁਝ ਆਪਸ਼ਨਸ ਜ਼ਰੂਰ ਦੇ ਦਿੰਦੇ ਆ ਕਿ ਤੁਸੀਂ ਕਿਹੜੀ ਕੈਟਾਗਰੀ ਦੇ ਅੰਡਰ ਲਗਾ ਸਕਦੇ ਹੋ। ਪੂਰੀ ਡਿਟੇਲ ਦੇ ਵਿੱਚ ਇੱਥੇ ਜਾਣਕਾਰੀ ਦੇਣਾ ਮੁਸ਼ਕਿਲ ਹੁੰਦਾ ਕਿਉਂਕਿ ਬਹੁਤ ਸਾਰੀਆਂ ਕਾਲਸ ਸਾਡੀਆਂ ਜਿਹੜੀਆਂ ਔਨ ਹੋਲਡ ਨਾਲ ਦੀ ਨਾਲ ਹੁੰਦੀਆਂ ਨੇ। ਸੋ ਤੁਸੀਂ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਲੈਣੀ ਹੈ, ਤੁਸੀਂ ICC ਇਮੀਗ੍ਰੇਸ਼ਨ ਨਾਲ ਕੰਸਲਟ ਕਰਨਾ ਚਾਹੁੰਦੇ ਹੋ, ਨਾਮ ਤੇ ਨਾਲ ਤੁਹਾਨੂੰ ਈਮੇਲ ID ਤੇ ਫੋਨ ਨੰਬਰਸ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੇ ਗਏ ਨੇ, ਤੁਸੀਂ ਇੱਥੇ ਕਾਲ ਕਰ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਸਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਤਰਨਜੀਤ, ਇਟ ਇਜ਼ ਆਲਵੇਜ਼ ਅ ਪਲੇਜ਼ਰ। ਸੋ ਦੇਖਦੇ ਰਹੋ ਜੀ ਹਮਦਰਦ TV। ਸਤਿ ਸ਼੍ਰੀ ਅਕਾਲ।